ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਭਾਰਤ ਨੇ ਆਪਣਾ 77ਵਾਂ ਆਜ਼ਾਦੀ ਦਿਵਸ ਮਨਾਇਆ 15 ਅਗਸਤ ਨੂੰ ਔਰ ਖੁਸ਼ੀਆਂ ਖੇੜਿਆਂ ਦਾ ਮਾਹੌਲ ਬਣਿਆ ਰਿਹਾ। ਔਰ ਅਮਰੀਕਾ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਇੱਕ ਮੂਵ ਹੋਇਆ ਹੈ, ਦਰਖਾਸਤ। ਉਹਦੇ ਵਿੱਚ ਇਹ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਨੂੰ 15 ਅਗਸਤ ਦਾ ਦਿਨ ਇੱਕ ਸੈਲੀਬ੍ਰੇਸ਼ਨ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ, ਨੈਸ਼ਨਲ ਸੈਲੀਬ੍ਰੇਸ਼ਨ ਡੇ, ਕਿਉਂਕਿ ਅਮਰੀਕਾ ਤੇ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋਕਤੰਤਰਿਕ ਵਿਵਸਥਾਵਾਂ ਨੇ। ਅਮਰੀਕਾ ਸਭ ਤੋਂ ਪੁਰਾਣੀ ਔਰ ਭਾਰਤ ਸਭ ਤੋਂ ਵੱਡੀ, ਇਸ ਕਰਕੇ ਪੂਰੀ ਦੁਨੀਆ ਇਹਨਾਂ ਦੋ ਲੋਕਤੰਤਰਿਕ ਦੇਸ਼ਾਂ ਵੱਲ ਵੇਖਦੀ ਹੈ। ਤਾਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੱਲੋਂ ਹੁਣ ਘੋਸ਼ਣਾ ਹੋਣ ਵਾਲੀ ਹੈ, ਜਿਸ ਤਰ੍ਹਾਂ ਵੀ ਸਾਰਾ ਡਿਸੀਜ਼ਨ ਹੋਣਾ ਹੈ ਕਿ 15 ਅਗਸਤ ਨੂੰ ਦੋਵੇਂ ਦੇਸ਼ ਨੈਸ਼ਨਲ ਸੈਲੀਬ੍ਰੇਸ਼ਨ ਡੇਜ਼ ਦੇ ਰੂਪ ਦੇ ਵਿੱਚ ਮਨਾਉਣਗੇ। ਇਹ ਸਾਡੇ ਸਾਰਿਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਦੇ ਨਾਲ ਕੂਟਨੀਤਿਕ ਸੰਬੰਧ ਹੋਰ ਮਜ਼ਬੂਤ ਹੋਣਗੇ। ਭਾਰਤ ਤੇ ਅਮਰੀਕਾ ਦੇ ਦੋਵੇਂ ਦੇਸ਼ਾਂ ਦੀ ਮਿੱਤਰਤਾ ਹੋਰ ਜ਼ਿਆਦਾ ਮਜ਼ਬੂਤ ਹੋਏਗੀ, ਦੋਵੇਂ ਹੋਰ ਜ਼ਿਆਦਾ ਨੇੜੇ ਆਉਣਗੇ। ਅਮਰੀਕਾ ਦੀ ਫੋਰਨ ਪਾਲਿਸੀ ਸ਼ੁਰੂ ਤੋਂ ਇਹ ਰਹੀ ਹੈ ਵਪਾਰ ਤੇ ਨੈਚੁਰਲ ਐਨਵਾਇਰਨਮੈਂਟ, ਉਸ ਦੇ ਨਾਲ ਬਾਕੀ ਸਾਰੇ ਦੇਸ਼ਾਂ ਨਾਲ ਕਿੱਦਾਂ ਮਿਲ ਕੇ ਰਹਿਣਾ। ਕਈ ਵਾਰ ਕਿਉਂਕਿ ਡਿਪਲੋਮੈਟਿਕ ਰਿਲੇਸ਼ਨਸ ਨੇ, ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਨੇ ਕਿ ਥਾਂ ਥਾਂ ਦੇ ਉੱਤੇ ਜੋ ਯੁੱਧ ਹੁੰਦੇ ਨੇ ਉਹਦੇ ਵਿੱਚ ਅਮਰੀਕਾ ਦੀ ਇਨਵੋਲਵਮੈਂਟ ਰਹਿੰਦੀ ਹੈ। ਖੈਰ, ਉਹ ਜੀਓਪੋਲੀਟੀਕਲ ਮੈਟਰਸ ਨੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੋਸਤਾਨਾ ਸੰਬੰਧ ਹੋਣੇ ਚਾਹੀਦੇ ਨੇ, ਜਿਹਦੇ ਵਿੱਚ ਅਸੀਂ ਸੌਫਟ ਪਾਵਰ ਦਾ ਇਸਤੇਮਾਲ ਕਰਦੇ ਹਾਂ, ਜਿਹਦੇ ਵਿੱਚ ਅਸੀਂ ਕਲਚਰ ਦਾ ਇਸਤੇਮਾਲ ਕਰਦੇ ਹਾਂ, ਜਿਹਦੇ ਵਿੱਚ ਅਸੀਂ ਆਪਣੇਪਨ ਦਾ ਇਸਤੇਮਾਲ ਕਰਦੇ ਹਾਂ, ਸੋ ਉਹਦੇ ਵਿੱਚ ਇੱਕ ਇਹ ਵੀ ਮੂਵ ਹੈ ਕਿ ਦੋਵੇਂ ਦੇਸ਼ ਮਿਲ ਕੇ ਨੈਸ਼ਨਲ ਸੈਲੀਬ੍ਰੇਸ਼ਨ ਡੇ ਮਨਾਉਣ 15 ਅਗਸਤ ਨੂੰ। ਔਰ ਭਾਰਤ ਦੀ ਜੋ ਫੋਰਨ ਪਾਲਿਸੀ ਹੈ ਉਹ ਤਾਂ ਸ਼ੁਰੂ ਤੋਂ ਇਹੀ ਰਹੀ ਹੈ, ਸਲੋ ਐਂਡ ਸਟੱਡੀ ਵਿਨਸ ਦੀ ਰੇਸ। ਆਪਣੇ ਮਸਤ ਹਾਥੀ ਦੀ ਚਾਲ ਚੱਲਦੇ ਜਾਓ, ਸਭ ਦੇਸ਼ਾਂ ਨਾਲ ਦੋਸਤੀ ਰੱਖੋ। ਸੋ ਹੁਣ ਆਪਾਂ ਵੱਧਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਵੱਲ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਡਿਪਲੋਮੈਟਿਕ ਜੋ ਵੀ ਉਹਨਾਂ ਦੀ ਨੀਤੀ ਆ ਅਮਰੀਕਾ ਦੀ, ਉਹਨੇ ਸਾਰੇ ਵਿਸ਼ਵ ਦੇ ਵਿੱਚ ਆਪਣਾ ਰੂਪ ਜਮਾਇਆ ਹੋਇਆ ਔਰ ਉਹਨਾਂ ਦੀਆਂ ਗੱਲਾਂ ਤਾਂ ਸਾਰੇ ਦੇਸ਼ਾਂ ਵਿੱਚ ਹੁੰਦੀਆਂ ਹੀ ਆ ਔਰ ਬਾਕੀ ਲੌਬੀਜ਼ ਜਿਹੜੀਆਂ ਹੈਗੀਆਂ ਉਹ ਵੀ ਉਹਨਾਂ ਦੇ ਨਾਲ ਟੱਕਰ ਲੈਂਦੀਆਂ, ਕਿਉਂਕਿ ਅਮਰੀਕਾ ਤਾਂ ਸੁਪਰ ਕੰਟਰੀ ਆ ਜਿਹਨੇ ਸਾਰੀਆਂ ਪਾਵਰਾਂ ਨੂੰ ਆਪਣੇ ਹੱਥ ਵਿੱਚ, ਆਪਣੇ ਗ੍ਰਿਪ ਵਿੱਚ ਲੈ ਕੇ ਰੱਖਿਆ ਹੈਗਾ। ਔਰ ਪਿਛਲੇ ਪ੍ਰੋਗਰਾਮ 'ਚ ਤੁਸੀਂ ਜ਼ਿਕਰ ਕੀਤਾ ਸੀ ਕਿ ਉੱਥੇ ਜਿਹੜਾ ਵਾਰ ਅਭਿਆਸ, ਜਿਹੜੀ ਆਰਮੀ ਐਕਸਰਸਾਈਜ਼ ਵੀ ਸ਼ੁਰੂ ਹੋ ਗਈ ਹੈ, ਕਿਉਂਕਿ ਉਹ ਹਮੇਸ਼ਾ ਤਤਪਰ ਰਹਿੰਦੇ ਆ, ਰੈਡੀ ਰਹਿੰਦੇ ਉਹਨਾਂ ਦੇ ਫੌਜੀ ਕਿ ਕਿੱਥੇ ਕੀ ਕੁਝ ਕਰਨਾ। ਜੀ ਬਲਕਾਰ ਜੀ, ਇਹਦੇ 'ਚ ਇੱਕ ਪੁਆਇੰਟ ਇਹ ਆਉਂਦਾ ਹੈ ਜੀ ਕਿ ਅਮਰੀਕਾ ਜਿਸ ਪੋਜੀਸ਼ਨ 'ਤੇ ਅੱਜ ਹੈਗਾ, ਉਹਨੂੰ ਇੱਥੇ ਪੋਜੀਸ਼ਨ 'ਤੇ ਪਹੁੰਚਣ ਵਿੱਚ ਕਰੀਬ 200 ਸਾਲ ਲੱਗੇ ਨੇ। ਠੀਕ ਹੈ, ਬਿਲਕੁਲ। 200 ਸਾਲ ਦੀ ਮਿਹਨਤ ਤੋਂ ਬਾਅਦ ਅੱਜ ਉਹ ਸੁਪਰ ਪਾਵਰ ਹੈ। ਅੱਜ ਉਹਦੀ ਆਰਮੀ, ਅੱਜ ਉਹਦੀ ਇਕਨੋਮੀ ਸਟਰੋਂਗ ਹੈ, ਜਿਹਨੂੰ ਚੈਲੰਜ ਕਰਨਾ ਮੁਸ਼ਕਿਲ ਹੈ। ਕਈ ਕੰਟਰੀਜ਼ ਜਿਵੇਂ ਚਾਈਨਾ ਹੈ, ਰਸ਼ੀਆ ਹੈ, ਹੋਰ ਕੰਟਰੀਜ਼ ਨੇ ਜਿਹੜੀਆਂ ਮੁਕਾਬਲੇਬਾਜ਼ੀ ਦੀ ਦੌੜ ਵਿੱਚ ਆਉਣਾ ਚਾਹੁੰਦੀਆਂ ਨੇ, ਬਟ ਸਟਿਲ ਅਮਰੀਕਾ ਡੋਮੀਨੇਟ ਕਰ ਰਿਹਾ। ਨਹੀਂ, ਨਾ ਕੇਵਲ ਆਰਮੀ 'ਚ, ਬਾਕੀ ਜਿਹੜੀ ਉਹਦੇ ਸਫੀਅਰ ਨੇ, ਜਿਹੜੇ ਬਾਕੀ ਜਿਹੜਾ ਸਪੇਸ ਦਾ, ਵਾਯੂਮੰਡਲ ਦਾ ਜੋ ਜਿੱਥੇ ਹੈਗਾ ਉਹਦੇ 'ਚ ਵੀ ਉੱਪਰ ਹੈਗਾ। ਬਿਲਕੁਲ। ਜਿਸ ਤਰ੍ਹਾਂ ਨਾਸਾ ਔਰ ਉਹਨਾਂ ਦੇ ਵਿੱਚ ਸਾਡੇ ਸਟੂਡੈਂਟ, ਸਾਡੇ ਵਿਦਿਆਰਥੀ ਉੱਥੋਂ ਬੜਾ ਕੁਝ ਲਰਨ ਤੇ ਕਰਨ ਲਈ ਜਾਂਦੇ ਆ ਔਰ ਸਾਡੇ NRI ਵੀਰ ਉੱਥੇ ਬੈਠੇ ਆ, ਕਿਉਂਕਿ ਹਰ ਚੀਜ਼ ਦੇ ਵਿੱਚ ਉਹ ਸਿਖਰ 'ਤੇ ਆ। ਇਸ ਕਰਕੇ ਤੁਸੀਂ ਜਿੱਦਾਂ ਦੱਸਿਆ ਵੀ 200 ਸਾਲ ਲੱਗਦੇ ਆ ਉਹਨੂੰ, ਉੱਥੋਂ ਸੰਘਰਸ਼ ਹੁੰਦਾ ਹੈ ਜਿਹਦੇ ਵਿੱਚੋਂ ਗੁਜ਼ਰ ਕੇ ਔਰ ਉਸ ਜਗ੍ਹਾ 'ਤੇ ਪਹੁੰਚਣਾ ਇੱਕ ਡੈਸਟੀਨੇਸ਼ਨ ਆ ਫਿਕਸ, ਜਿੱਥੇ ਪਹੁੰਚਣ ਦੀ ਲੋੜ ਹੁੰਦੀ ਆ। ਔਰ ਜਿਸ ਤਰ੍ਹਾਂ ਇੰਡੀਆ ਵੀ ਜਿੱਥੇ ਇਸ ਵੇਲੇ ਖੜਾ ਹੈਗਾ, ਪਹਿਲਾਂ ਤਾਂ ਉੱਥੇ ਨਹੀਂ ਸੀਗਾ ਜਿੱਥੇ ਆਪਾਂ ਹੁਣ 25 ਜਾਂ 30 ਸਾਲ ਲੱਗੇ। 1947 ਤੋਂ ਲੈ ਕੇ ਹੁਣ ਦੇਖੋ, ਉਦੋਂ ਪਿੰਡਾਂ ਦੀ 77 ਸਾਲ ਹੋ ਗਏ। ਹਾਂ, 77 ਸਾਲ ਜਦੀ ਆਜ਼ਾਦੀ ਦੀ ਗੱਲ ਕੀਤੀ ਆ। ਉਸ ਆਜ਼ਾਦੀ ਦੇ ਜਿਹੜੇ ਪੜਾਅ ਦਰ ਪੜਾਅ ਲੰਘਣ ਲਈ ਕਿੱਥੇ ਤੱਕ ਕਿੱਥੇ ਪਹੁੰਚੇ। ਪਾਕਿਸਤਾਨ ਅਜੇ ਸਾਡੇ ਤੋਂ ਪਿੱਛੇ ਆ, ਬੰਗਲਾਦੇਸ਼ ਪਿੱਛੇ ਆ, ਅਸੀਂ ਬਹੁਤ ਅੱਗੇ ਆ ਗਏ। ਇਸ ਕਰਕੇ ਅੱਗੇ ਆ ਗਏ ਕਿ ਸਾਡੇ ਸਹਿਚਾਰ, ਸਾਡਾ ਸੰਬੰਧ, ਸਾਡਾ ਗਰੁੱਪ, ਸਾਡੀ ਬਾਕੀ ਜਿਹੜੀ ਮਿੱਤਰਤਾ ਹੈਗੀ ਬਾਹਰਲੇ ਸਿਖਰ ਦੇ ਚੰਗੇ ਦੇਸ਼ਾਂ ਨਾਲ ਹੈਗਾ। ਔਰ ਇਹਦੇ ਵਿੱਚ ਇੱਕ ਇਹ ਵੀ ਪੁਆਇੰਟ ਹੈ ਜੀ ਕਿ ਜਦੋਂ ਅਮਰੀਕਾ ਆਜ਼ਾਦ ਹੁੰਦਾ ਹੈ, ਇਹ ਮੈਂ 16ਵੀਂ ਸ਼ਤਾਬਦੀ ਮਤਲਬ 1700 ਤੋਂ ਬਾਅਦ ਦੀ ਗੱਲ ਹੈ, ਪਹਿਲੇ 10 ਜਾਂ 15 ਸਾਲ ਅਮਰੀਕਾ ਨੂੰ ਲੱਗਦੇ ਨੇ ਆਪਣਾ ਸੰਵਿਧਾਨ ਬਣਾਉਣ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ। ਔਰ ਜੋ ਭਾਰਤ ਦਾ ਸੰਵਿਧਾਨ ਬਣਿਆ ਹੈ ਉਹਦੇ ਉੱਤੇ ਅਮਰੀਕਾ ਦੇ ਸੰਵਿਧਾਨ ਦਾ ਕਾਫੀ ਅਸਰ ਹੈ, ਕਿਉਂਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਮਰੀਕਾ ਦਾ ਜੋ ਸ਼ੁਰੂ ਹੁੰਦਾ ਹੈ ਵੀ ਦ ਪੀਪਲ ਆਫ, ਔਰ ਠੀਕ ਉਸੇ ਤਰ੍ਹਾਂ ਇੰਡੀਆ ਦਾ ਵੀ ਸ਼ੁਰੂ ਹੁੰਦਾ ਹੈ ਵੀ ਦ ਪੀਪਲ ਆਫ। ਵੀ ਉੱਥੇ ਪ੍ਰੈਂਬਲ ਹੈ ਨਾ, ਅਸੀਂ ਪ੍ਰੈਂਬਲ ਹੈ ਔਰ ਅਸੀਂ
ਆਪਣੇ ਆਪ ਨੂੰ ਅਸੀਂ ਕਹਿ ਕੇ ਅਸੀਂ ਚੱਲਦੇ ਹਾਂ ਕਿ ਅਸੀਂ ਸਾਰਾ ਸਮੂਹ ਹਾਂ, ਅਸੀਂ ਪਬਲਿਕ ਇੱਕੋ ਵੱਲੋਂ ਹੀ ਨਾ ਵਿਦ ਦਾ ਪੀਪਲ We ਆਫ the ਦਾ ਇੰਡੀਆ। ਔਰ ਇਹਦੇ ਵਿੱਚੋਂ ਜਦੋਂ ਅੰਬੇਦਕਰ ਸਾਹਿਬ ਨੇ ਪਤਾ ਹਰ ਚੀਜ਼ ਜਿਹੜੀ ਚੰਗੀ ਚੀਜ਼ ਆ ਉਹ ਚੁਣ ਲਈ ਆ, ਇੰਗਲੈਂਡ ਤੋਂ ਵੀ ਆ, ਬ੍ਰਿਟੇਨ ਦਾ ਸੰਵਿਧਾਨ ਦਾ ਵੀ ਹੈ, ਹਾਲਾਂਕਿ ਉਹ ਅਨਰਿਟਨ ਆ, ਪਰ ਉਹਦੀਆਂ ਜੋ ਸਿਧਾਂਤ ਹੈਗੇ, ਫਰਾਂਸ ਦਾ ਵੀ ਲਿੱਤਾ ਗਿਆ, ਫਰਾਂਸ ਦਾ ਵੀ ਆ, ਉਹਦੇ ਕੋਲ ਵੀ ਲਿਆ, ਜਾਪਾਨ ਵੀ ਆ ਔਰ ਅਮਰੀਕਾ ਵੀ ਆ। ਇਹ ਮਿਲਾ ਕੇ ਇਹਨਾਂ ਨੇ ਸਾਰਾ ਕੁਝ ਜਿਹੜਾ ਉਹ ਇਕੱਠਾ ਕਰਕੇ ਉਹਦਾ ਨਿਚੋੜ ਜਿਹੜਾ ਹੈਗਾ ਉਹਨੂੰ ਬਣਾ ਕੇ ਉਹਦੀ ਬਣਤਰ, ਉਹਦੀ ਰੂਪ ਰੇਖਾ ਨੂੰ ਜਿਹੜਾ ਤਿਆਰ ਕੀਤਾ, ਉਹ ਸਾਡਾ ਸੰਵਿਧਾਨ ਹੈ। ਇਸੇ ਕਰਕੇ ਸਾਡਾ ਲੋਕਤੰਤਰ ਪੂਰੇ ਵਰਲਡ ਦੇ ਵਿੱਚ ਅਪਰ ਜਗ੍ਹਾ 'ਤੇ ਹੈਗਾ, ਉਸੇ ਕਰਕੇ ਯਾਦ ਕਰਦੇ ਆ। ਹੁਣ ਜਦੋਂ 15 ਅਗਸਤ ਮਨਾਇਆ ਗਿਆ, ਇਹਦੇ ਵਿੱਚ ਸਾਰੇ ਦੇਸ਼ਾਂ ਵਿੱਚ ਸਾਡੇ ਇਸ 15 ਅਗਸਤ ਦੀਆਂ ਖਬਰਾਂ ਪਹੁੰਚੀਆਂ। ਲਾਲ ਕਿਲ੍ਹੇ ਤੋਂ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਝੰਡਾ ਲਹਿਰਾਇਆ ਔਰ ਉਹਦੇ ਵਿੱਚ ਸਾਡੀਆਂ ਆਰਮੀ ਦੀਆਂ ਸਾਡੀਆਂ ਜਿਹੜੀਆਂ ਵੀ ਫੌਜੀ ਕਮਾਂਡਰ ਨੇ ਉਹ ਵੀ ਉੱਥੇ ਪਹੁੰਚੇ ਔਰ ਬੜੀ ਸਾਨੂੰ ਸ਼ੌਕਤ ਨਾਲ, ਬੜੇ ਰੋਹਬ ਨਾਲ ਉੱਥੇ ਇਹ ਦਿਨ ਮਨਾਇਆ ਗਿਆ। ਔਰ ਜੇ ਗੱਲ ਕਰੀਏ ਅਸੀਂ ਫਿਰ ਅਮਰੀਕਾ ਦੇ ਆਉਂਦੇ ਵੀ ਹਾਂ, ਅਤੇ ਜਦੋਂ ਉਹਨਾਂ ਦਾ ਨਾਂ ਤਦੇ ਯੂਨਾਈਟਿਡ ਸਟੇਟ ਹੈ, ਇਸੇ ਕਰਕੇ ਹੈਗਾ ਕਿ 50 ਜਿਹੜੇ ਸਟੇਟ ਆ ਇਕੱਠੇ ਹੋ ਕੇ ਇੱਕ ਕੰਟਰੀ ਦਾ ਰੂਪ ਬਣ ਗਿਆ। ਇਸੇ ਤਰ੍ਹਾਂ ਇੰਡੀਆ 'ਚ ਵੀ 600 ਦੇ ਕਰੀਬ ਰਿਆਸਤਾਂ ਸੀਗੀਆਂ ਜਿਨ੍ਹਾਂ ਨੂੰ ਯੂਨਾਈਟ ਕਰਕੇ ਇੱਕ ਦੇਸ਼ ਬਣਿਆ। ਅਜੇ ਵੀ ਸਾਡੇ ਆਪਾਂ ਬਹੁਤ ਵਾਰੀ ਜ਼ਿਕਰ ਕੀਤਾ, ਪੰਜਾਬ ਵਿੱਚ ਵੀ ਰਿਆਸਤਾਂ ਸੀ, ਰਿਆਸਤਾਂ ਵਿੱਚ ਵੰਡਿਆ ਪਿਆ ਸੀ, ਜਿੱਦਾਂ ਪੈਪਸੂ ਆ ਜਿਹਦੇ ਵਿੱਚ ਨਾਭਾ ਵਾ, ਜਿਹਦੇ ਵਿੱਚ ਪਟਿਆਲਾ ਵਾ, ਔਰ ਉਹਦੇ ਵਿੱਚ ਕਈ ਰਿਆਸਤਾਂ ਨੇ, ਕਪੂਰਥਲਾ ਰਿਆਸਤ ਹੈ, ਰਾਜੇ ਮਹਾਰਾਜਿਆਂ ਦਾ ਇਹ ਬੜਾ ਵੱਡਾ ਪਟਿਆਲਾ ਹੈ, ਪਟਿਆਲੇ ਦਾ ਜ਼ਿਕਰ ਕੀਤਾ। ਔਰ ਇਹ ਸਾਰੇ ਮਹਾਰਾਜਾ ਅਜੇ ਵੀ ਆ। ਅਮਰਿੰਦਰ ਸਿੰਘ ਜਿਹੜੇ ਸੀ, ਕੈਪਟਨ ਅਮਰਿੰਦਰ ਸਿੰਘ, ਉਸੇ ਮਹਾਰਾਜਾ ਦਾ ਜਿਹੜੇ ਭੁਪਿੰਦਰ ਸਿੰਘ ਤੇ ਉਹਨਾਂ ਮਹਾਰਾਜਿਆਂ ਦੇ ਵਿੱਚੋਂ, ਉਸ ਪਰਿਵਾਰ 'ਚੋਂ ਅਜੇ ਵੀ ਉਹਨਾਂ ਦੇ ਮਹਿਲ ਮਾੜੀਆਂ ਤੇ ਸ਼ਾਨੋ ਸ਼ੌਕਤ ਪਟਿਆਲਾ 'ਚ ਹੈਗਾ। ਪਟਿਆਲਾ ਇਜ਼ ਦਾ ਰਾਇਲ ਸਿਟੀ ਆਫ ਪੰਜਾਬ ਹੈ, ਉਹਦੇ ਨਾਂ 'ਤੇ ਗਿਣਿਆ ਜਾਂਦਾ। ਕਪੂਰਥਲਾ ਵੀ ਹੈ। ਜੇ ਆਪਾਂ ਇਹਦੀ ਗੱਲ ਕੀਤੀ ਆ ਤੇ ਚਲੋ ਆਪਾਂ ਕੋਈ ਪੰਜਾਬ ਦੇ ਬਾਕੀ ਲੋਕਾਂ ਬਾਰੇ, ਪਬਲਿਕ ਬਾਰੇ ਵੀ ਕੋਈ ਗੱਲ ਮੁੱਦਾ ਛੇੜੀਏ। ਹੁਣ ਆਪਾਂ ਜ਼ਿਕਰ ਕਰਾਂਗੇ ਆਪਣੇ ਭਾਰਤ ਦੇ ਮੁੱਦੇ ਤੋਂ ਜੀ। ਔਰ ਸਭ ਤੋਂ ਪਹਿਲਾਂ ਉਹੀ ਲੈਂਦੇ ਆ ਜੋ ਹਿੰਡਨਬਰਗ ਦੀ ਰਿਪੋਰਟ ਆਈ ਸੀ ਅਡਾਨੀ ਗਰੁੱਪ ਨੂੰ ਲੈ ਕੇ। ਸੋ ਕਿਹਾ ਤਾਂ ਇਹ ਜਾਂਦਾ ਸੀਗਾ ਕਿ ਇਹਨਾਂ ਨੇ ਆਪਣੇ ਸ਼ੇਅਰ ਨੂੰ ਓਵਰ ਵੈਲਿਊਡ ਕੀਤਾ, ਲੇਕਿਨ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਉਹਦੇ 'ਚ ਫੇਕ ਕੰਪਨੀਆਂ ਵੀ ਨਿਕਲਦੀਆਂ ਨੇ, ਉਹਦੇ ਵਿੱਚ ਕਈ ਇੱਦਾਂ ਦੀ ਇਨਵੈਸਟਮੈਂਟਸ ਨਿਕਲਦੀਆਂ ਨੇ ਜਿਹਦੇ ਬਾਰੇ ਕੋਈ ਰਿਕਾਰਡ ਨਹੀਂ ਹੈ। ਇਸ ਕਰਕੇ ਸੇਬੀ ਨੂੰ ਇਹ ਜਾਂਚ ਦਿੱਤੀ ਗਈ ਔਰ ਸੇਬੀ ਹਜੇ ਹੋਰ ਵੀ ਸਮਾਂ ਮੰਗਦੀ ਪਈ ਹੈ ਕਿਉਂਕਿ ਇਹ ਮਾਮਲਾ ਕਾਫੀ ਪੇਚੀਦਾ ਹੈ ਅਡਾਨੀ ਔਰ ਹਿੰਡਨਬਰਗ ਦਾ। ਔਰ ਇਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਵੀ ਕਾਫੀ ਵਾਰ ਹੰਗਾਮਾ ਹੋਇਆ ਭਾਰਤ ਦੇ ਵਿੱਚ ਔਰ ਸਿਆਸੀ ਗਲਿਆਰੇ ਗਰਮਾਏ ਰਹੇ ਪਿਛਲੇ ਦਿਨੀ ਔਰ ਹੁਣ ਫਿਰ ਤੋਂ ਇਹ ਚਰਚਾ ਦੇ ਵਿੱਚ ਹੈ ਵਿਸ਼ਾ। ਇਹ ਹਿੰਡਨਬਰਗ ਦਾ ਜਿਹੜਾ ਮਸਲਾ ਸੀਗਾ ਇਹ ਬੜੀ ਦੇਰ ਤੋਂ ਜਿਹੜਾ ਚਰਚਾ 'ਚ ਰਿਹਾ। ਉਹ 'ਚ ਅਡਾਨੀ ਦਾ ਜਿਹੜਾ ਸ਼ੇਅਰ ਬਾਜ਼ਾਰ ਸੀਗਾ ਉਹਦੇ 'ਤੇ ਰਿਹਾ ਕਿ ਇੱਕਦਮ ਥੱਲੇ ਆਏ, ਇੱਕਦਮ ਉੱਪਰ ਚੜ੍ਹ ਗਏ ਔਰ ਸ਼ੇਅਰ ਬਾਜ਼ਾਰ ਨੂੰ ਦਾ ਵੇਖਣ ਲਈ, ਉਹਦਾ ਸਾਰਾ ਜਿਹੜਾ ਮੁਲਾਂਕਣ ਕਰਨ ਲਈ, ਵੇਖਣ ਲਈ ਸੈਬੀ ਜਿਹੜੀ ਇੱਕ ਏਜੰਸੀ ਆ, ਐਸਾ ਬੋਰਡ ਆ ਜਿਹੜਾ ਇਹਦੀ ਜਾਂਚ ਕਰਦਾ ਔਰ ਵੇਖਦਾ, ਉਹਦਾ ਜੁਮਾ ਲਾਇਆ ਸੀ ਕਿ ਇਹਦੇ ਵਿੱਚ ਵੇਖੋ ਕੀ ਊਣਤਾਈਆਂ ਹੋਈਆਂ, ਕਿਉਂ ਇਹਦੇ ਵਿੱਚ ਕੀ ਘਪਲੇ ਹੋਏ ਆ, ਉਹਦਾ ਪਤਾ ਕਰਨ ਲਈ ਇਹਨਾਂ ਨੇ ਹੁਣ ਅੱਗੇ ਜਿਹੜੀ ਜਾਂਚ ਏਜੰਸੀ ਹੈ, ਇਹ ਬੋਰਡ ਹੁੰਦਾ, ਸਿਕਿਉਰਿਟੀ ਬੋਰਡ ਹੁੰਦਾ ਔਰ ਇਹਦੇ ਵਿੱਚ ਜਾਂਚ ਲਈ ਉਹਨਾਂ ਨੇ ਸਮਾਂ ਮੰਗਿਆ ਕਿ 29 ਅਗਸਤ ਤੱਕ ਲਵਾਂਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਅਸੀਂ ਹੁਣ ਤੱਕ 17 ਏਜੰਸੀਆਂ ਜਿਹੜੀਆਂ ਉਹਦਾ ਪਤਾ ਕਰ ਚੁੱਕੇ, ਉਹਦੀ ਰਿਪੋਰਟ ਅਸੀਂ ਕੰਸਰਨਡ ਜਿਹੜਾ ਇਹਦੇ 'ਚ ਮਹਿਕਮਾ ਬਣਾਇਆ ਗਿਆ ਉਹਨੂੰ ਸੌਂਪ ਦਿੱਤੀ ਹੈ। ਬਾਕੀ ਜਿਹੜਾ ਰਹਿ ਗਿਆ ਸੀ ਉਹਦੇ ਲਈ ਇਹ ਸਮਾਂ ਮੰਗਦੇ ਆ 29 ਅਗਸਤ ਤੱਕ ਔਰ ਬਾਕੀ ਵੀ ਜਿਹੜਾ ਉਹਨਾਂ ਦੇ ਸਪੁਰਦ ਕੀਤਾ ਜਾਊਗਾ। ਔਰ ਇਹਦੇ ਵਿੱਚ ਇਹ ਪਾਰਲੀਮੈਂਟ 'ਚ ਵੀ ਬੜਾ ਇਹਦਾ ਹੰਗਾਮਾ ਹੋਇਆ, ਪਾਰਲੀਮੈਂਟ 'ਚ ਵੀ ਚਰਚਾ ਹੋਈ ਅਡਾਨੀ ਇਹਦੇ ਬਾਰੇ ਔਰ ਅਡਾਨੀ ਜੀ ਇਹਦੇ ਤੋਂ ਥੋੜ੍ਹਾ ਜਿਹਾ ਪਾਸਾ ਵੱਟ ਕੇ ਵੀ ਇਹਦੇ ਤੋਂ ਦੂਰ ਰਹੀਏ ਕਿਉਂਕਿ ਇਹਦੇ ਵਿੱਚ ਉਹਨਾਂ ਦਾ ਕੋਈ ਐਲਾਨ, ਉਹਦੇ ਵਿੱਚ ਕੋਈ ਇੱਦਾਂ ਦਾ ਕਰ ਨਹੀਂ ਰਿਹਾ। ਔਰ ਹਿੰਡਨਬਰਗ ਸਾਰੀਆਂ ਅਖਬਾਰਾਂ ਸਾਰੀ ਮੀਡੀਆ 'ਚ ਚਰਚਾ ਰਹੀ ਹੈ ਔਰ ਹੁਣ ਆ ਕੇ ਉਹਨਾਂ ਨੇ ਇਹਦੀ ਰਿਪੋਰਟ ਤਿਆਰ ਕਰ ਲਈ ਹੈ। ਹੁਣ ਮਤਲਬ 2-4 ਦਿਨ ਮੰਗੇ, ਉਹਨਾਂ ਨੇ ਕਿਹਾ ਕਿ ਇਹ ਤੋਂ ਬਾਅਦ ਜਿਹੜਾ ਵੀ ਹੈਗਾ ਫਿਰ ਇਹ ਕੋਰਟ ਕੋ ਇਹਨਾਂ ਨੇ ਡਿਸੀਜਨ ਲਿਆ, ਕੋਰਟ ਕੋ DY ਚੰਦਰਚੂੜ ਸਾਹਿਬ ਕੋ ਕਿ ਸਾਨੂੰ ਥੋੜ੍ਹਾ ਸਮਾਂ ਹੋਰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਜਿਹੜਾ ਮੂਲ ਮੁੱਦੇ 'ਤੇ ਪਹੁੰਚ ਸਕੀਏ ਕਿ ਆਹ ਜਿਹੜਾ ਹੈਗਾ ਇਹਦੇ ਪਿੱਛੇ ਆਹ ਪਿਛੋਕੜ ਸੀਗਾ, ਆਹ ਕਪੜਾ ਸੀਗਾ, ਕਿਉਂ ਹੋਇਆ ਗਿਆ ਔਰ ਇਹਦਾ ਜਿਹੜਾ ਦਿਨ ਦਿਹਾੜੇ ਚੜ੍ਹਦਾ ਲੈਂਦਾ, ਉੱਪਰ ਦਾ ਥੱਲੇ ਡਾਊਨ ਹੁੰਦਾ, ਇਹ ਸੈਬੀ ਇਹਨੂੰ ਕੰਟਰੋਲ ਇਹਦਾ ਵੇਂਦੀ ਹੈ ਵੀ ਕੀ ਕੁਛ ਹੁੰਦਾ ਇਹਦੇ 'ਚ ਬਹੁਤ ਵੱਡਾ ਗਰੁੱਪ ਬਣਿਆ ਇਹਨਾਂ ਦਾ ਔਰ ਕੰਪਿਊਟਰ 'ਤੇ ਹੁੰਦਾ ਸਾਰਾ ਕੁਝ ਔਰ ਇਹਦੇ ਵਿੱਚ ਉਹਨਾਂ ਵੇਖ ਕੇ ਤੇ ਇਹ ਮਾਮਲਾ ਛਿੜਿਆ ਵੀ ਅਮਰੀਕਾ ਤੋਂ ਸੀ, ਜਿੱਦਾਂ ਆਪਾਂ ਤਾਂ ਗੱਲ ਕੀਤੀ ਅਸੀਂ, ਇਹ ਉੱਥੋਂ ਹੀ ਰਿਪੋਰਟ ਆਈ ਹੈ ਇੰਡੀਆ 'ਚ। ਇੰਡੀਆ ਦੀ ਜਿਹੜੀ ਸਾਡੀ ਸਿਆਸਤ ਹੈਗੀ ਆ, ਗੌਰਮੈਂਟ ਹੈਗੀ ਹੈ, ਕੇਂਦਰ ਚੁੱਪ ਵੱਟ ਲਈ ਸੀ ਇਹਦੇ 'ਤੇ। ਜਿੱਦਾਂ
ਮਨੀਪੁਰ ਦੇ ਵਿੱਚ ਹੰਗਾਮਾ ਹੋ ਗਿਆ, ਉਹਦੇ 'ਚ ਹਿੰਸਾ ਹੋ ਗਈ, ਬੜਾ ਕੁਛ ਹੋ ਗਿਆ, ਤੇ ਅਜੇ ਤੱਕ ਵੀ ਕੇਂਦਰ ਨੇ ਚੁੱਪ ਵੱਟੀ ਪਈ ਆ। ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਬੋਲੇ ਤੇ 2 ਮਿੰਟ ਬੋਲੇ ਆ। ਇਹ ਵੀ ਮਸਲਾ ਘੱਟ ਨਹੀਂ, ਇਹ ਵੀ ਮਸਲਾ ਬਹੁਤ ਵੱਡਾ ਔਰ ਬਹੁਤ ਜੋਖਮ ਭਰਿਆ ਹੈਗਾ, ਜਿਹਦੇ ਵਿੱਚ ਬਹੁਤ ਲੋਕ ਇਨਵੋਲਵਡ ਹੈਗੇ ਆ, ਜਿਨ੍ਹਾਂ ਨੇ ਕਪੜਾ ਕੀਤਾ ਔਰ ਕਪੜੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਵੀ ਉਠਾਇਆ। ਇਹਦੇ ਵਿੱਚ ਹੀ ਰਾਹੁਲ ਗਾਂਧੀ ਨੇ ਜਦੋਂ ਸਵਾਲ ਪੁੱਛੇ ਸੀ, ਇਹਦੇ ਵਿੱਚ ਹੀ ਪੁੱਛੇ ਸੀ, ਔਰ ਉਹ ਉਹਨਾਂ ਦਾ ਆਖਰੀ ਬੋਲਣ ਦਾ ਸੀਗਾ ਉਹਦੇ ਵਿੱਚ, ਲੋਕ ਸਭਾ ਦੇ ਵਿੱਚ ਆਖਰੀ ਸੰਬੋਧਨ ਸੀ। ਉਸ ਤੋਂ ਬਾਅਦ ਉਹ ਬਾਹਰ ਹੋਏ, ਹੁਣ ਬਾਹਰ ਕੱਢ ਦਿੱਤਾ, ਔਰ ਉਸ ਤੋਂ ਬਾਅਦ ਉਹਨਾਂ ਤੇ ਕੇਸ ਚੱਲਿਆ, ਔਰ ਹੁਣ ਫਿਰ ਤੋਂ ਆ ਗਏ ਨੇ। ਇਹ ਮਾਮਲਾ ਉਦੋਂ ਦਾ ਹੀ ਹੈ, ਔਰ ਉਹਨਾਂ ਨੇ ਵੀ ਬੜੇ ਸਵਾਲ ਔਰ ਤਿੱਖੇ ਸਵਾਲ ਪੁੱਛੇ ਸੀ ਕਿ ਇਹ ਪੈਸਾ ਜੋ ਉਹਦੇ ਵਿੱਚ ਇਨਵੋਲਵਡ ਹੈ, ਇਹ ਪੈਸਾ ਕਿਹਦਾ ਹੈ, ਉਹਦਾ ਕੋਈ ਰਿਕਾਰਡ ਨਹੀਂ ਹੈ। ਸੋ ਇਹ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਵੀ ਹੈ, ਕਾਫੀ ਸੈਂਸਿਟਿਵ ਵੀ ਹੈ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਨੂੰ ਵੀ ਇਨਵੋਲਵ ਕਰਦੇ ਪਏ ਨੇ ਐਕਸਪਰਟਸ, ਕਿ ਉਹਨਾਂ ਨੂੰ ਕੋਲੋਂ ਵੀ ਜਵਾਬ ਮੰਗਦੇ ਪਏ ਨੇ। ਵੈਸੇ ਇਹ ਕਈ ਵਾਰੀ ਨਾ ਮਸਲੇ ਜਿਹੜੇ ਆ ਇਹ ਉਸੇ ਤਰ੍ਹਾਂ ਦੱਬੇ ਰਹਿੰਦੇ ਆ। ਹਾਂਜੀ, ਪਰ ਜਦੋਂ ਦੂਜੀਆਂ ਸਰਕਾਰਾਂ ਆਉਂਦੀਆਂ ਇਹ ਮਸਲਾ ਹੋ ਸਕਦਾ, ਉਦੋਂ ਫਿਰ ਦੁਬਾਰਾ ਇਹਦੀ ਪੜਤਾਲ, ਜਾਂਚ, ਇਹਦੇ ਤੇ ਬਹੁਤ ਕੁਝ ਕੀਤਾ ਜਾ ਸਕਦਾ। ਮਈ ਤੱਕ ਮੈਨੂੰ ਲੱਗਦਾ ਠੰਡੇ ਬਸਤੇ 'ਚ ਪੈ ਰਹਿਣਾ, ਕਿਉਂਕਿ ਇਹਨਾਂ ਨੇ 29 ਅਗਸਤ ਨੂੰ ਤਾਂ ਦੇ ਦੇਣੀ ਹੈ ਰਿਪੋਰਟ, ਸਾਰੀ ਹੋ ਗਈ ਜਿਹੜੀ ਰਿਪੋਰਟ ਦਿੱਤੀ। ਫਿਰ ਉਹ ਤੋਂ ਬਾਅਦ ਜੇ ਜਨਨ ਜਿਹੜਾ ਹੈਗਾ ਡਿਸੀਜਨ ਸੁਪਰੀਮ ਕੋਰਟ ਲੈ ਗਈ, ਫਿਰ ਤਾਂ ਵੈਲ ਐਂਡ ਗੁੱਡ ਆ, ਫਿਰ ਤਾਂ ਵਧੀਆ ਗੱਲ ਹੈਗੀ ਆ। ਜੇ ਉਹਨਾਂ ਵੀ ਠੰਡੇ ਬਸਤੇ 'ਚ ਪਾ ਛੱਡਿਆ, ਤੇ ਫਿਰ ਮਈ ਤੋਂ ਬਾਅਦ ਜਿਹੜੀ ਕਮਿੰਗ ਗੌਰਮੈਂਟ ਹੈਗੀ ਆ, ਜਿਹੜੀ ਕਮਿੰਗ ਪ੍ਰਧਾਨ ਮੰਤਰੀ ਹੋਣਗੇ, ਵੁੱਡ ਵੀ ਜਿਹੜੇ ਵੀ ਹੈਗੇ ਆ ਇੰਡੀਆ ਵਾਲੇ, ਉਹ ਇਸ ਮਸਲੇ ਨੂੰ ਦੁਬਾਰਾ ਉਜਾਗਰ ਕਰਕੇ ਫਿਰ ਲੋਕਾਂ ਦੇ ਸਾਹਮਣੇ ਲਿਆਉਣਗੇ ਕਿ ਆਹ ਜਾਂਚ ਪੜਤਾਲ ਹੈਗੀ ਹੈ, ਇਹਦੇ ਵਿੱਚ ਆਹ ਕਪੜਾ ਹੋਇਆ। ਹਾਂ, ਇਹ ਹੋ ਸਕਦਾ ਹੈ, ਔਰ ਇਹ ਲੱਗਦਾ ਵੀ ਹੈ ਕਿ ਸ਼ਾਇਦ ਇਦਾਂ ਹੀ ਹੋਵੇ। ਸਮਾਂ ਥੋੜਾ ਨਾ ਇਹਦੇ ਵਿੱਚ, ਸਮਾਂ ਥੋੜਾ ਹੈ। ਜਦੋਂ ਆ ਗਈ ਰਿਪੋਰਟ ਆ ਗਈ, ਫਿਰ ਉੱਤੇ ਜਾਂਚ ਹੋਣੀ ਹੈ, ਤਰੀਕਾਂ ਪੈਣਗੀਆਂ, ਬੜਾ ਕੁਝ ਹੋਣਾ। ਉਹ ਕਰਦਿਆਂ ਮਈ ਲੰਘ ਜਾਣੀ ਹੈ, ਮਈ ਲੰਘਣ ਤੋਂ ਬਾਅਦ ਵੋਟਾਂ ਆ ਜਾਣੀਆਂ, ਜਦੋਂ ਇਲੈਕਸ਼ਨ ਆ ਗਈ ਬੰਦ ਹੋ ਜਾਂਦਾ। ਦੇਖੋ ਹੁਣ ਕੀ ਬਣਦਾ ਹੈ, ਕਿਉਂਕਿ ਇਹ ਮਸਲਾ ਦੇਸ਼ ਦੇ ਲਈ ਵੀ ਖਾਸ ਇੰਪੋਰਟੈਂਟ ਹੈ। ਜੀ ਜੀ ਜੀ। ਖੜਕੇ ਸਾਹਿਬ ਨੇ, ਕਾਂਗਰਸ ਦੇ ਜੋ ਨੈਸ਼ਨਲ ਪ੍ਰਧਾਨ ਨੇ, ਉਹਨਾਂ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਹਾਈਵੇ ਤੋਂ ਉਤਾਰ ਕੇ ਨਰਕ ਦੇ ਰਾਹ ਪਾ ਦਿੱਤਾ। ਖੜਕੇ ਸਾਹਿਬ ਨੇ ਕਿਹਾ, ਇਹ ਉਹਨਾਂ ਦਾ ਸੰਬੋਧਨ ਸੀਗਾ ਜਦੋਂ ਗੱਲ ਕਰ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਇਹ ਮੋਦੀ ਸਾਹਿਬ ਜਾਂ ਦੂਜੀ ਇਹਨਾਂ ਦੇ ਕੇਂਦਰੀ ਮੰਤਰੀ ਜਦੋਂ ਸਾਡੇ ਤੇ ਇਦਾਂ ਦੇ ਨੁਕਸਾਨ ਦਵਾਊ ਮੁੱਦੇ ਉਛਾਲਦੇ ਆ, ਇਹਨਾਂ ਨੂੰ ਆਪਣੇ ਅੰਤਰ ਝਾਤ ਵੀ ਮਾਰਨੀ ਚਾਹੀਦੀ ਹੈ ਕਿ ਇਹਨਾਂ ਨੇ ਜਿਹੜੇ ਹੁਣ ਇਸ ਵੇਲੇ ਮੁੱਦੇ ਚੁੱਕੇ ਆ, ਜਿਹਦੇ ਵਿੱਚ ਸਭ ਤੋਂ ਵੱਡਾ ਕਪੜਾ ਦਵਾਰਕਾ ਐਕਸਪ੍ਰੈਸ ਦਾ ਹੈਗਾ, ਔਰ ਭਾਰਤ ਮਾਲਾ ਜਿਹੜੀ ਹੈਗੀ ਉਹਦੇ 'ਚ ਵੀ ਹੈਗਾ, ਔਰ ਉਹਦੇ 'ਚ ਜਿੰਨਾ ਪੈਸਾ ਕੀਤਾ, ਟੈਂਡਰ ਖੁੱਲ੍ਹੇ ਆ, ਉਹ ਪੈਸਾ ਕਿੱਧਰ ਗਿਆ ਔਰ ਕੀ ਕੀਤਾ ਉਹਦਾ। ਉਹਨਾਂ ਨੇ ਕਿਹਾ ਕਿ ਜਿਹੜੇ ਘਪਲੇ ਹੋਏ ਆ, ਇਹਦੇ ਅਸੀਂ ਦੁਬਾਰਾ ਜਾਂਚ ਕਰਾਵਾਂਗੇ ਆਉਣ ਵਾਲੀ ਗੌਰਮੈਂਟ ਦੇ ਰਾਹੀਂ ਜਾਂ ਜਿੱਧਰ ਵੀ ਹੈ। ਔਰ ਖੜਕੇ ਸਾਹਿਬ ਇਸ ਵੇਲੇ ਬੜੇ ਗੁੱਸੇ 'ਚ ਅਤੇ ਬੜੀ ਨਾਰਾਜ਼ਗੀ 'ਚ ਆਏ ਆ। ਰਾਹੁਲ ਗਾਂਧੀ ਨੇ ਵੀ ਉਹਨਾਂ ਦੀ ਤਰਦੀਦ ਕੀਤੀ ਆ ਕਿ ਇਹ ਮਸਲਾ ਜਿਹੜਾ ਬਿਲਕੁਲ ਉਜਾਗਰ ਕਰਨ ਵਾਲਾ ਹੀ ਹੈਗਾ, ਜਿਹਦੇ ਵਿੱਚ ਬਹੁਤ ਲੋਕਾਂ ਦੇ ਵਿੱਚ ਘਾਟਾ ਗਿਆ, ਜਿਨ੍ਹਾਂ ਨੇ ਟੈਂਡਰ ਭਰੇ ਸੀਗੇ, ਔਰ ਉਹ ਟੈਂਡਰ ਦਾ ਜਿਹੜਾ ਪੈਸਾ ਸੀਗਾ ਕੇਂਦਰ ਸਰਕਾਰ ਨੇ ਉਹ ਆਂਦਾ ਪਤਾ ਨਹੀਂ ਕਿੱਧਰ ਦਾ ਕਿੱਧਰ ਲਾ ਦਿੱਤਾ ਹੈਗਾ, ਜਿਹਦੇ ਵਿੱਚ ਇਹਨਾਂ ਨੇ ਗੌਰਮੈਂਟ ਦੇ ਲਈ ਕੋਈ ਪ੍ਰੋਜੈਕਟ ਬਣਾਏ ਸੀਗੇ। ਉਹਨਾਂ ਤਦੇ ਕਿਹਾ ਕਿ ਨੈਸ਼ਨਲ ਹਾਈਵੇ ਤੋਂ ਜਿਹੜੀ ਨਰਕ ਵੱਲ ਨੂੰ ਚਲੇ ਗਈ ਆ। ਜਦੋਂ GT ਰੋਡ 'ਤੇ ਆਪਾਂ ਚੱਲਦੇ ਹਾਂ, ਗੱਡੀ ਚੱਲਦੀ ਹੈ, ਅਤੇ ਉਹਨੂੰ ਅਖਾੜ ਕੇ ਲਿੰਕ ਰੋਡ 'ਤੇ ਪਾ ਦਿੱਤਾ ਜਾਵੇ, ਜਾਂ ਲਿੰਕ ਰੋਡ ਤੋਂ ਬਾਅਦ ਕੱਚੇ ਪੈ 'ਤੇ ਪਾ ਦਿੱਤਾ ਜਾਵੇ ਤਾਂ ਕੀ ਚੱਲੂਗੀ। ਇਹ ਉਦਾਹਰਣ ਉਹਨਾਂ ਦੀ ਕਿ ਵੇਖੋ ਨੈਸ਼ਨਲ ਹਾਈਵੇ ਤੋਂ ਅਸੀਂ ਮੁੜ ਕੇ ਨਰਕ ਵਾਲੇ ਪਾਸੇ ਨੂੰ ਧਕੇਲ ਦਿੱਤਾ ਗਿਆ। ਔਰ ਇੰਡੀਆ ਦੇ ਵਿੱਚ ਜਾਂਦੇ ਗਰੀਬੀ ਹਟਾਓ ਦੀ ਗੱਲ ਕਰਦੇ ਆਂਦਾ, ਗਰੀਬੀ ਵਧਾਓ ਵਾਲੀ ਗੱਲ ਹੋ ਜਾਣੀ ਆ, ਗਰੀਬੀ ਵਧਣੀ ਇਹਦੇ ਨਾਲ, ਕਿਉਂਕਿ ਲੋਕਾਂ ਦੀ ਇਨਕਮ 'ਤੇ ਡਾਕਾ ਹੈਗਾ, ਬਹੁਤ ਵੱਡਾ ਧੱਕਾ ਉਹਨਾਂ ਦਾ। ਜੇ ਕੋਈ ਜੋ ਇਹਨਾਂ ਨੇ ਪੈਸਾ ਕੀਤਾ ਲੋਕਾਂ ਦਾ ਪੈਸਾ ਸੀ, ਜਿਹੜਾ ਟੈਂਡਰਾਂ ਦੇ ਰਾਹੀਂ ਗੁਜ਼ਾਰ ਦਿੱਤਾ, ਲੋਕਾਂ ਦੇ ਪ੍ਰੋਜੈਕਟਾਂ ਲਈ ਹੈਗਾ ਜਿਸ 'ਚ ਰੇਲ ਗੱਡੀਆਂ ਦਾ ਹੈਗਾ, ਰੇਲਵੇ ਦਾ ਵੀ ਹੈਗਾ, ਬਹੁਤ ਮਹਿਕਮਿਆਂ ਦਾ ਹੈਗਾ, ਏਅਰਪੋਰਟ ਦਾ ਹੈਗਾ, ਬਹੁਤ ਕੁਛ। ਔਰ ਇਹਨਾਂ ਨੇ ਕਿਹਾ ਕਿ ਪੈਸਾ ਸਾਰਾ ਦਾ ਸਾਰਾ ਜਿਹੜਾ ਲੋਕਾਂ ਦੀ ਝੋਲੀ 'ਚੋਂ ਕੱਢ ਕੇ ਇਹਨਾਂ ਨੇ ਆਪਣੀ ਝੋਲੀ 'ਚ ਪਾ ਲਿਆ, ਆਪਣੇ ਬੋਝੇ ਭਰ ਲਿਆ। ਅਸੀਂ ਉਹਦੀ ਤਫਤੀਸ਼ ਕਰਾਂਗੇ, ਸਾਡੀ ਆਉਣ ਵਾਲੀ ਜਿਹੜੀ ਗੌਰਮੈਂਟ ਆ, ਸਾਨੂੰ ਪਤਾ ਲੱਗ ਗਿਆ ਕਿੱਥੇ ਕਿੱਥੇ ਪੈਸਾ ਲੱਗਾ ਵਾ। ਹੁਣ ਸਾਡੀ ਉਹਨਾਂ ਕਹਤਾ ਕਿਸੇ ਨੇ ਗੱਲ ਨਹੀਂ ਮੰਨਣੀ, ਨਾ ਜੁਡੀਸ਼ਰੀ ਨੇ ਮੰਨਣੀ, ਨਾ ਪੁਲਿਸ ਨੇ ਮੰਨਣੀ, ਨਾ CBI ਨੇ ਮੰਨਣੀ, ਕਿਸੇ ਨਹੀਂ ਹੈਗਾ, ਪਰ ਸਾਨੂੰ ਪਤਾ ਕਿੱਥੇ ਕਿੱਥੇ ਗਿਆ। ED ਸਾਹਿਬ ਨੂੰ ਵੀ ਪਤਾ ਹੋ ਸਕਦਾ। ਇਹ ਬਾਕਾਇਦਾ ਖੜਕੇ ਸਾਹਿਬ ਦੇ ਸੰਬੋਧਨ ਵਿੱਚ ਪੂਰਾ ਨਾਮਜ਼ਦ ਸੀ। ਬਿਲਕੁਲ ਗੱਲ ਸਾਹਮਣੇ ਆਈ ਹੈ, ਕਿਉਂਕਿ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਜੀ। ਔਰ ਜਦੋਂ ਅਸੀਂ ਦੇਖਦੇ ਹਾਂ ਪਿਛਲੇ 7-8 ਸਾਲਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਪਏ ਨੇ ਜੀ। ਔਰ ਉਹਦੇ ਬਾਰੇ ਜਦੋਂ ਸਟੇਟਮੈਂਟਸ ਮੰਗੀਆਂ ਜਾਂਦੀਆਂ ਨੇ ਤਾਂ ਕੋਈ ਮਤਲਬ ਜਸਟੀਫਾਈ ਕਰਨ ਵਾਲੀ ਸਟੇਟਮੈਂਟ ਨਹੀਂ ਆਉਂਦੀ। ਗੋਲ ਗੱਲਾਂ, ਮਤਲਬ ਜਿਹਨੂੰ ਕਹਿੰਦੇ ਗੱਲ ਨੂੰ ਘੁਮਾ ਦੇਣਾ, ਇਹ ਜ਼ਿਆਦਾ ਚੱਲਦਾ ਪਿਆ। ਸੋ ਇਸ ਕਰਕੇ ਦੂਸਰਾ ਰੋਲ ਜਿਹੜਾ ਮੀਡੀਆ ਦਾ
ਉਹ ਰੋਲ ਵੀ ਜਿਹੜਾ ਉਹਦੇ ਉੱਤੇ ਵੀ ਕ੍ਰਿਟਿਸਿਜ਼ਮ ਹੁੰਦਾ, ਕੁਐਸਚਨ ਮਾਰਕ ਲੱਗਦਾ ਕਿ ਚੌਥਾ ਸਤੰਭ ਕਿਹਾ ਜਾਂਦਾ ਮੀਡੀਆ ਨੂੰ, ਔਰ ਮੀਡੀਆ ਹਮੇਸ਼ਾ ਸਵਾਲ ਪੁੱਛਦਾ, ਪਰ ਇੱਥੇ ਇਹਦਾ ਸਵਾਲਾਂ ਵਾਲੀ ਕੋਈ ਗੱਲ ਨਹੀਂ ਲੱਗਦੀ, ਔਰ ਜਿਹੜਾ ਕੋਈ ਮੀਡੀਆ ਪਰਸਨ ਸਵਾਲ ਪੁੱਛਦਾ ਹੈ ਉਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਪਏ ਨੇ ਰੂਲਿੰਗ ਗਵਰਨਮੈਂਟ ਦੇ ਉੱਤੇ। ਔਰ ਉਸੇ ਮੀਡੀਆ ਦੇ ਨਾਲ ਜੁੜੀ ਹੋਈ ਇੱਕ ਇਹ ਵੀ ਖਬਰ ਆ ਰਹੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਟੈਲੀਵਿਜ਼ਨ ਚੈਨਲਾਂ ਲਈ ਜਿਹੜੇ ਸਵੈ ਨਿਯਮ ਦਾ ਚੌਖੋਟਾ ਹੈ ਉਹ ਅਸਰਦਾਰ ਹੋਣਾ ਚਾਹੀਦਾ ਹੈ, ਕਿਉਂਕਿ ਨਿਯਮ ਤਾਂ ਬਣਾ ਲੈਂਦੇ ਨੇ, ਪਹਿਲਾਂ ਤਾਂ ਗਵਰਨਮੈਂਟ ਵੱਲੋਂ ਅਸੀਂ ਸਾਰਾ ਕੰਡਕਟ, ਹੁਣ ਗਵਰਨਮੈਂਟ ਏਜੰਸੀਆਂ ਵੱਲੋਂ ਜਿਹੜੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਵੱਲੋਂ ਜਿਹੜੇ ਰੂਲਸ ਬਣਦੇ ਨੇ ਉਹ ਪ੍ਰਾਈਵੇਟ ਚੈਨਲਸ ਵਾਸਤੇ ਵੀ ਬਣਦੇ ਨੇ, ਪਰ ਇਹ ਲੋਕ ਤੋੜ ਮਰੋੜ ਕੇ ਕੋਈ ਨਾ ਕੋਈ ਰਾਹ ਕੱਢ ਲੈਂਦੇ ਨੇ। ਹਾਂ, ਗਵਰਨਮੈਂਟ ਚੈਨਲਸ ਤੇ ਚੱਲਣਗੇ ਗਵਰਨਮੈਂਟ ਦੇ ਮੁਤਾਬਿਕ, ਪਰ ਜਿਹੜੇ ਪ੍ਰਾਈਵੇਟ ਚੈਨਲਸ ਨੇ ਉਹਨਾਂ ਦੀ ਖਾਸ ਰਿਸਪੌਂਸਿਬਿਲਿਟੀ ਬਣਦੀ ਹੈ ਜਿਸ ਤੋਂ ਉਹ ਮੁਨਕਰ ਹੋ ਜਾਂਦੇ ਨੇ। ਹਾਂ, ਇਹ ਸੁਪਰੀਮ ਕੋਰਟ ਦਾ ਜਵਾਬ ਸੀਗਾ। ਉਹਨਾਂ ਨੇ ਕਿਹਾ ਕਿ ਜੋ ਅਸੀਂ ਅੱਗੇ ਰੂਲ ਬਣਾਇਆ ਸੀ 2008 ਦਾ ਹੈਗਾ, ਉਹਦੇ ਵਿੱਚ ਜੋ ਅਸੀਂ ਕਾਨੂੰਨ ਆਇਦ ਕੀਤਾ ਸੀਗਾ ਉਹਦੇ ਵਿੱਚ ਬਾਕੀ ਜਿਹੜੇ ਚੈਨਲ ਸੀਗੇ, ਖਾਸ ਕਰਕੇ ਨਿਊਜ਼ ਚੈਨਲ ਤੇ ਇਹਨਾਂ ਦਾ ਇਸ਼ਾਰਾ ਸੀ, ਸੰਕੇਤ ਸੀਗਾ ਕਿ ਨਿਊਜ਼ ਚੈਨਲ ਜਿਹੜੀਆਂ ਐਡ ਵੀ ਲੈਂਦੇ ਆ, ਜੋ ਉਹਦੇ ਵਿੱਚ ਡਿਸੀਜਨ ਲੈਂਦੇ ਆ, ਉਹ ਜਿਹੜੇ ਹੈਗੇ ਆ ਸੈਲਫ ਮੇਡ ਰੂਲ ਹੈਗੇ ਆ। ਜਿਹੜੇ ਰੂਲ ਅਸੀਂ ਇਹ ਚੌਕਟਾ ਉਹਨੇ ਕਿਹਾ ਕਿ ਉਹ ਚੌਕਟੇ 'ਚ ਹੈਗਾ, ਪਰ ਉੱਥੇ ਜਿਹੜਾ ਜੁਰਮਾਨਾ ਸੀਗਾ 2008 ਤੋਂ ਇਹਨਾਂ ਨੇ ਕਿਹਾ ਉਹ ਹੈ ਸੀ 1 ਲੱਖ ਰੁਪਈਆ। ਹੁਣ ਉਦੋਂ ਬਾਅਦ ਜਿਹੜਾ ਅਸੀਂ ਪਾਵਾਂਗੇ ਜਾਂ ਕਰਾਂਗੇ ਉਹ ਨਵੇਂ ਕਾਨੂੰਨ ਦੇ ਨਾਲ ਹੋਊਗਾ, ਕਿਉਂਕਿ ਉਹ ਪਤਾ ਕਰਨਾ ਕਿ ਇਹਨਾਂ ਦੀ ਕਮਾਈ ਕਿੰਨੀ ਹੈ, ਇਹਨਾਂ ਦੀ TRP ਕਿੰਨੀ ਆ, ਕਿੰਨਾ ਪੈਸਾ ਲੈ ਰਹੇ ਆ, ਔਰ ਇਹਨਾਂ ਦੀ ਬਿਆਨਬਾਜ਼ੀ ਔਰ ਫਾਲਸ ਜਿਹੜੇ ਝੂਠੇ ਜਾਲੀ ਜਿਹੜੇ ਉਹਦੇ ਤੇ ਇਹਨਾਂ ਦੀ ਨਿਊਜ਼ ਹੁੰਦੀ ਹੈ ਉਹ ਵੀ ਬਹੁਤ ਫੜੀ ਗਈ ਆ, ਉੱਤੇ ਜੁਰਮਾਨੇ ਵੀ ਪਾਏ ਆ। ਔਰ ਉਹਦੇ ਚੂੜ ਸਾਹਿਬ ਨੇ ਕਿਹਾ ਕਿ ਉਹਦੇ ਵਿੱਚ ਸਾਡੇ ਡਿਸੀਜਨ ਵੀ ਬਹੁਤ ਜਿਹੜੇ ਹੈਗੇ ਉਹ ਸਾਹਮਣੇ ਆਏ ਆ, ਔਰ ਉਹਨਾਂ ਨੇ ਇੱਕ ਨਿਊਜ਼ ਵੀ ਇਸ ਤਰ੍ਹਾਂ ਦੀ ਬਣੀ ਹੈ ਜਿੱਥੇ ਚੰਦਰਚੂੜ ਦੇ ਬਾਰੇ ਵੀ, ਉਹਨਾਂ ਦੇ ਬਾਰੇ, ਉਹਨਾਂ ਦੇ ਪੋਸਟ ਬਾਰੇ ਵੀ ਉਹਨਾਂ ਨੇ ਬਹੁਤ ਕੁਝ ਛਾਪਿਆ ਔਰ ਕਿਹਾ ਗਿਆ, ਔਰ ਉਹਦੇ ਤੇ ਵੀ ਉਹਨਾਂ ਨੂੰ ਨਾਰਾਜ਼ਗੀ ਪ੍ਰਗਟਾਈ ਉਹਨਾਂ ਨੇ। ਔਰ ਇਹਨਾਂ ਨੇ ਕਹਿਤਾ ਕਿ 2008 ਜੋ ਸੀਗਾ ਉਦੋਂ ਜ਼ਮਾਨਾ ਹੋਰ ਸੀਗਾ, ਹੁਣ ਜ਼ਮਾਨਾ ਬਹੁਤ ਕੁਝ ਬਦਲ ਗਿਆ, ਮੀਡੀਆ ਬਹੁਤ ਅੱਗੇ ਆ ਗਿਆ। 2008 'ਚ ਮੀਡੀਆ ਇੰਨਾ ਅੱਗੇ ਨਹੀਂ ਸੀਗਾ, ਸੋਸ਼ਲ ਮੀਡੀਆ ਇਸ ਵੇਲੇ ਪੂਰਾ ਸਿਖਰ 'ਤੇ ਹੈਗਾ। ਨਾ ਕੇਵਲ ਹਿੰਦੁਸਤਾਨ ਹੈ, ਇਹਦੇ ਲਿੰਕ ਬਾਹਰਲੇ ਕੰਟਰੀਆਂ ਨਾਲ ਵੀ ਹੈਗੇ ਆ, ਅਮਰੀਕਾ ਤੱਕ ਵੀ ਹੈਗੇ ਆ, ਅਫਗਾਨਿਸਤਾਨ ਤੱਕ ਇੱਧਰ ਵੀ ਹੈਗੇ ਜਿਹੜੇ ਸਾਡੇ ਵਿਰੋਧੀ ਕੰਟਰੀ ਹੈਗੀਆਂ, ਔਰ ਚਾਈਨਾ ਔਰ ਇੰਗਲੈਂਡ ਨਾਲ ਤਾਂ ਹੈ ਹੀ ਆ, ਕਿਉਂਕਿ ਇੱਥੋਂ ਨਿਊਜ਼ ਜਿਹੜੀ ਜਾਂਦੀਆਂ ਉੱਥੋਂ ਹੀ ਲੈ ਕੇ ਆਉਂਦੀਆਂ। ਜਿੱਦਾਂ ਹੁਣ ਬ੍ਰਿਟੇਨ ਵਿੱਚ ਪੋਸਟਰ ਲੱਗੇ ਸੀ, ਹਾਈ ਕਮਿਸ਼ਨਰ ਦੇ ਆਫਿਸ ਦੇ ਵਿੱਚ ਵੀ ਰੌਲਾ ਪਿਆ ਸੀਗਾ, ਕੈਨੇਡਾ ਵਿੱਚ ਵੀ ਹੋਇਆ ਸੀ, ਅਮਰੀਕਾ ਵਿੱਚ ਵੀ ਹੋਇਆ ਸੀ। ਇਹ ਸਾਰੀਆਂ ਨਿਊਜ਼ ਜਿਹੜੀਆਂ ਪ੍ਰਾਈਵੇਟ ਜਿਹੜੇ ਨਿਊਜ਼ ਚੈਨਲ ਉਹਨਾਂ 'ਤੇ ਜਾਂਦੀਆਂ ਰਹੀਆਂ, ਔਰ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਨਫੋਰਮੇਸ਼ਨ ਬ੍ਰੌਡਕਾਸਟ ਮਿਨਿਸਟਰੀ ਜਿਹੜੀ ਉਹਦੇ ਅੰਡਰ ਹੈਗਾ, ਸਾਰਾ ਕੁਝ ਹੈਗਾ, ਉਹਨਾਂ ਨੂੰ ਇਹ ਪੇਮੈਂਟ ਕਰਦੇ ਆ, ਉਹਨਾਂ ਕੋਲ ਪਰਮਿਸ਼ਨ ਲੈਂਦੇ ਆ, ਉਹ ਸਾਰਾ ਕੁਝ ਹੈਗਾ। ਉਹਦੇ ਮੰਤਰੀ ਜਿਹੜੇ ਅਨੁਰਾਗ ਠਾਕਰ ਜੀ ਨੇ, ਸੂਚਨਾ ਪ੍ਰਸਾਰਣ ਮੰਤਰੀ। ਔਰ ਇਹਦੇ ਵਿੱਚ ਚੰਗੀ ਗੱਲ, ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਸਾਡੇ ਦਰਸ਼ਕ ਜਾਣਦੇ ਆ, ਬਹੁਤ ਚੈਨਲ ਬੰਦ ਵੀ ਕਰ ਦਿੱਤੇ ਸੀ ਇਹਨਾਂ ਨੇ, ਕੁਝ ਪਾਕਿਸਤਾਨ ਨਾਲ ਰਿਲੇਟਡ ਸੀਗੇ, ਕੁਝ ਇੱਧਰ ਇਹਨਾਂ ਦੇ ਆਪਣੇ ਸੀਗੇ, ਉਹ ਸਾਰੇ ਚੈਨਲਾਂ 'ਤੇ ਇਹਨਾਂ ਨੇ ਰੋਕ ਲਾਤੀ, ਫਿਰ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ, ਫਿਰ ਬੰਦ ਹੀ ਕਰ ਦਿੱਤੇ ਗਏ। ਕਈ ਵਾਰੀ ਜਿਹੜੇ ਚੈਨਲ ਬਹੁਤ ਜਿਹੜੇ ਨਿਊਜ਼ ਦਾ ਪ੍ਰਸਾਰਣ ਕਰਦੇ ਆ, ਉਹ ਕਈ ਵਾਰੀ ਮਨਮਾਨੀ ਵੀ ਕਰਦੇ ਆਪਣੀ ਆਪਣੀ, ਔਰ ਉਹਦੇ ਐਂਕਰ ਤੁਸੀਂ ਦੇਖੋਗੇ ਜਾਂ ਨਿਊਜ਼ ਰੀਡਰ ਹੈਗੇ, ਉਹ ਬੜੇ ਉਹਨਾਂ 'ਚ ਕੋਈ ਜਿਹੜਾ ਬੋਲਣ ਦਾ ਸਟਾਈਲ ਅੱਛਾ ਨਹੀਂ, ਨਿਮਰਤਾ ਨਹੀਂ, ਉਹ ਬੋਲਦੇ ਵੀ ਬਹੁਤ ਖੜਕ ਕੇ, ਆਵਾਜ਼ ਬੜੀ ਉਸ ਤਰ੍ਹਾਂ ਦੀ ਹੈਗੀ ਆ। ਇੱਕ MP ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਉਹ MP ਪੰਜਾਬ ਦੇ ਹੀ ਆ, ਔਰ ਮੈਂਬਰ ਪਾਰਲੀਮੈਂਟ ਆ, ਔਰ ਇਸ ਏਰੀਏ ਤੋਂ ਪੰਜਾਬ ਦੇ ਮਾਝੇ ਤੋਂ ਹੀ, ਔਰ ਉਹ ਇੱਕ ਵਾਰੀ ਉਹਨਾਂ ਦੀ ਇੰਟਰਵਿਊ ਸੀ ਜੰਤਰ ਮੰਤਰ ਦੇ ਵਿੱਚ, ਐਂਕਰ ਨੇ ਉਹਨਾਂ ਨੂੰ ਸਵਾਲ ਕੀਤਾ, ਔਰ ਉਹ ਬੁਰੀ ਤਰ੍ਹਾਂ ਗੱਲਬਾਤ ਹੋਈ। ਜਦੋਂ ਉਹਨਾਂ ਨੇ ਅੱਗੇ ਟੋਲਰੇਟ ਨਹੀਂ ਕੀਤਾ, ਜੋ ਉਦੋਂ ਸੀ ਕਿਸਾਨ ਅੰਦੋਲਨ ਚੱਲ ਰਿਹਾ ਸੀ, ਔਰ ਉਹਨੇ ਬਹੁਤ ਬੁਰੀ ਤਰ੍ਹਾਂ ਪੇਸ਼ ਆਇਆ ਐਂਕਰ ਦੇ। ਔਰ ਇਨ ਬਿਟਵੀਨ ਜਦੋਂ ਲੋਕਾਂ ਨੇ ਡਿਸਾਈਡ ਕੀਤਾ, ਉਹਨੇ ਕਿਹਾ ਵੀ ਐਂਕਰ ਨੂੰ ਵੀ ਇਸ ਤਰ੍ਹਾਂ ਦਾ ਨਹੀਂ ਸੀ ਵਰਤਾਓ ਕਰਨਾ ਚਾਹੀਦਾ, ਤੁਹਾਡੇ ਲਈ ਉਹ ਵੱਡਾ ਵਾ ਹੈਗਾ ਵਾ, ਉਹ ਉਪਾਧੀ 'ਤੇ ਹੈਗਾ, ਫਿਰ ਵੀ ਉਹਨੂੰ ਨਿਮਰਤਾ ਨਾਲ ਕਰੋ, ਕੁਐਸਚਨ ਕਰਨਾ ਤਾਂ ਤਰੀਕੇ ਨਾਲ ਕਰੋ, ਜਿਹਦਾ ਜਵਾਬ ਨਹੀਂ ਦਿੰਦਾ ਲਹਿਜ਼ਾ ਬੋਲਣ ਦਾ ਵਧੀਆ ਹੋਣਾ ਚਾਹੀਦਾ, ਜਿਹੜੀ ਤੁਹਾਡੀ ਭਾਸ਼ਾ ਜਿਹੜੀ ਹੀ ਚੈਨਲ 'ਤੇ ਬੋਲਣ ਵਾਲੀ, ਜਿਹੜੀ ਲੋਕਾਂ ਨੂੰ ਮੁਖਾਤਬ ਹੋਣ ਦੀ, ਚੰਗੀ ਤਰ੍ਹਾਂ ਸੰਬੋਧਨ ਕਰਦੀ। ਜੇ ਤੁਸੀਂ ਆਪ ਹੀ ਬੁਲਬੁਲੀਆਂ ਮਾਰੋਗੇ, ਗਲਤ ਸ਼ਬਦਾਵਲੀ ਵਰਤੋਗੇ, ਤਾਂ ਫਿਰ ਅਗਲਾ ਜਿਹੜਾ ਮੰਤਰੀ ਆ ਜਾਂ ਮੰਤਰੀ ਮੰਡਲ ਦਾ ਹੈੱਡ ਆ ਜਾਂ MP ਆ, ਉਹ ਬੁਰੀ ਤਰ੍ਹਾਂ ਬੋਲੂਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਅੱਗੇ ਅੱਗੇ ਚੱਲਦੀਆਂ ਰਹੀਆਂ, ਇਹ 'ਤੇ ਹੁਣ ਬੈਨ ਕਰ ਲਈ, ਸੁਪਰੀਮ ਕੋਰਟ ਅੱਗੇ ਆ ਗਈ ਆ। ਉਹਨਾਂ ਨੇ ਕਹਿਤਾ ਕਿ ਅਸੀਂ ਜਿਹੜੇ ਹੁਣ 2008 ਵਾਲਾ ਨਹੀਂ ਖਰੜਾ ਰਹੂਗਾ, ਇਹ 'ਚ ਤਬਦੀਲੀ ਕਰਾਂਗੇ, ਬੜਾ ਕੁਛ ਬਦਲਾਅ ਆਊਗਾ, ਔਰ ਲੋਕਾਂ ਨੇ ਇਹਨੂੰ ਜੀ ਆਇਆਂ ਕੀਤਾ, ਵੈਲਕਮ ਕੀਤਾ। ਇਹ ਅੱਛੀ ਗੱਲ ਹੈਗਾ ਤੁਸੀਂ ਜਿਹੜਾ ਕੀਤਾ। ਹਾਲਾਂਕਿ ਮੀਡੀਆ ਚੌਥਾ ਥੰਮ ਤੁਸੀਂ ਦੱਸਿਆ ਕਿ ਹੈ ਹੀ ਆ ਲੋਕਤੰਤਰ ਦਾ, ਇਹ ਤੋਂ ਬਗੈਰ ਗੁਜ਼ਾਰਾ ਵੀ ਹੈ ਨਹੀਂ, ਖਾਸ ਕਰਕੇ ਜਿਹੜਾ ਸਾਡਾ ਪ੍ਰਿੰਟ ਔਰ ਜਿਹੜਾ ਇਲੈਕਟ੍ਰੋਨਿਕਸ ਮੀਡੀਆ, ਔਰ ਉਹ ਇਲੈਕਟ੍ਰੋਨਿਕਸ ਮੀਡੀਆ 'ਤੇ ਹੁਣ ਬੈਨ ਕਰਨ ਲਈ ਸਰਕਾਰ ਨੇ ਜਾਂ ਸੁਪਰੀਮ ਕੋਰਟ ਨੇ ਆਪਣਾ ਤੁਲ ਲਾ ਦਿੱਤਾ ਵਾ। ਔਰ ਜੇ ਕਈ ਵਾਰੀ ਇਹਨਾਂ ਨੂੰ ਯੂਟੀਲਾਈਜ਼ ਜਿਹੜੀ ਹੈ ਸਰਕਾਰ ਵੀ ਕਰਦੀ ਹੈ, ਜਿਹੜੇ ਮੀਡੀਆਜ਼ ਹੈਗੇ ਆ ਨਾ,
ਜਿੱਥੇ ਇਹਨਾਂ ਦੀਆਂ ਕੁਝ ਊਣਤਾਈਆਂ ਹੁੰਦੀਆਂ ਉਹਨਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਾਉਂਦੇ। ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਇੱਕ ਵਾਰੀ ਅਮਰੀਕਾ ਦੇ ਵਿੱਚ ਪੱਤਰਕਾਰ ਲੇਡੀ ਸੀ, ਉਹਨਾਂ ਨੇ ਘੱਟ ਗਿਣਤੀਆਂ ਬਾਰੇ ਸਵਾਲ ਕੀਤਾ ਸੀ ਮੋਦੀ ਸਾਹਿਬ ਨੂੰ, ਔਰ ਉਹਦਾ ਤਾਂ ਕੋਈ ਬਹੁਤਾ ਜਵਾਬ ਨਹੀਂ ਆਇਆ, ਔਰ ਜਵਾਬ ਨਹੀਂ ਆਇਆ, ਉਹਨੂੰ ਟਾਲ ਮਟੋਲ ਕਰਕੇ। ਸੋ ਬਿਲਕੁਲ ਤੁਸੀਂ ਠੀਕ ਕਿਹਾ ਕਿ ਟਾਲ ਮਟੋਲ ਔਰ ਟ੍ਰੋਲਿੰਗ ਹੋਈ, ਔਰ ਉਹਦੀ ਨਿੰਦਾ ਵੀ ਹੋਈ ਸੀ, ਕਿਉਂਕਿ ਅਮਰੀਕਾ ਦੇ ਵਿੱਚ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਸੋ ਕਿਉਂਕਿ ਉੱਥੇ ਫ੍ਰੀ ਪ੍ਰੈਸ ਹੈ, ਉੱਥੇ ਦੇਖੋ ਤਾਂ ਸਹੀ ਤੁਸੀਂ ਕਿੱਥੇ ਤੱਕ ਕ੍ਰਿਟਿਸਿਜ਼ਮ ਹੁੰਦਾ। ਬਾਈਡਨ ਜੀ ਦਾ ਔਰ ਡੋਨਲਡ ਟਰੰਪ ਦਾ ਕਿੱਥੋਂ ਤੱਕ ਕ੍ਰਿਟਿਸਿਜ਼ਮ ਕਰਦਾ ਮੀਡੀਆ, ਓਪਨ ਹੈ, ਇਹਨਾਂ ਕੋਲ ਰਾਈਟ ਹੈ ਬੋਲਣ ਦਾ, ਬਿਲਕੁਲ ਹੈ, ਕਹਿ ਸਕਦੇ, ਲੋਕਾਂ ਵੱਲੋਂ ਬੋਲਦੇ ਆ, ਰਿਪਰੈਜ਼ੈਂਟੇਟਿਵ ਟੂ ਦਾ ਪੀਪਲ, ਪਬਲਿਕ ਨੂੰ ਰਿਪਰੈਜ਼ੈਂਟੇਟਿਵ। ਔਰ ਸਭ ਤੋਂ ਵੱਡੇ ਇੰਟੈਲੈਕਚੁਅਲ ਅਮਰੀਕਾ 'ਚ ਨੋਮ ਚੋਮਸਕੀ, ਉਹ ਹਮੇਸ਼ਾ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਦੇ ਰਹੇ, ਔਰ ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕਾ ਦੀ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਨਾ, ਔਰ ਉਹ ਵੀ ਇਸ ਲੈਵਲ ਤੇ, ਔਰ ਉਹਨਾਂ ਦੀਆਂ ਬੁੱਕਸ ਔਰ ਉਹਨਾਂ ਦੇ ਲੈਕਚਰਸ ਦੇਖੋ। ਜੇ ਕਿਤੇ ਭਾਰਤ ਵਿੱਚ ਜਾਂ ਭਾਰਤ ਵਰਗੇ ਹੋਰ ਦੇਸ਼ ਜਿਵੇਂ ਪਾਕਿਸਤਾਨ ਜਾਂ ਇਸ ਤਰ੍ਹਾਂ ਦੇ ਹੋਰ ਥਰਡ ਵਰਲਡ ਕੰਟਰੀਜ਼ ਜਿਨ੍ਹਾਂ ਨੂੰ ਕਹਿੰਦੇ ਨੇ, ਜੇ ਉਹਦੇ ਵਿੱਚ ਕਿਤੇ ਨੋਮ ਚੋਮਸਕੀ ਵਰਗਾ ਕੋਈ ਹੁੰਦਾ ਕ੍ਰਿਟਿਸਿਜ਼ਮ ਕਰਨ ਵਾਲਾ, ਤਾਂ ਸ਼ਾਇਦ ਉਹਦੇ ਉੱਤੇ ਕੋਈ ਐਕਸ਼ਨ ਹੋਇਆ ਹੋਣਾ ਸੀ, ਉਹਦੇ ਖਿਲਾਫ ਕੋਈ ਕੇਸ ਹੋਏ ਹੋਣੇ ਸੀ। ਬਿਲਕੁਲ, ਕਿਉਂਕਿ ਜਿਸ ਲੈਵਲ ਦੇ ਉੱਤੇ ਫ੍ਰੀ ਪ੍ਰੈਸ ਹੈ ਅਮਰੀਕਾ ਦੇ ਵਿੱਚ। ਹਾਂ, ਹਾਲਾਂਕਿ ਉੱਥੇ ਵੀ ਕਈ ਵਾਰ ਇਲਜ਼ਾਮ ਲੱਗਦੇ ਰਹੇ ਨੇ, CNN ਨੂੰ ਕਈ ਵਾਰ ਕਲਿੰਟਨ ਨਿਊਜ਼ ਨੈਟਵਰਕ ਇਹ ਵੀ ਕਿਹਾ ਜਾਂਦਾ ਰਿਹਾ। ਸੋ ਠੀਕ ਹੈ, ਹਰ ਟਾਈਮ ਦੇ ਉੱਤੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਬਟ ਕੰਪੈਰੀਟਿਵਲੀ ਟੋਟਲ ਫ੍ਰੀ ਪ੍ਰੈਸ ਹੈ। ਬਿਲਕੁਲ। ਸੋ ਇੰਡੀਆ ਦੇ ਵਿੱਚ ਪਿਛਲੇ 7-8 ਸਾਲ ਤੋਂ ਫ੍ਰੀ ਪ੍ਰੈਸ ਦੇ ਉੱਤੇ ਕੁਐਸਚਨ ਮਾਰਕ ਲਗਾਉਂਦੇ ਨੇ ਸਭ, ਕਿ ਉਹ ਸਭ ਚੀਜ਼ਾਂ ਨਹੀਂ ਦਿਖਾਈਆਂ ਜਾਂਦੀਆਂ ਜੋ ਅਸਲੀਅਤ ਹੁੰਦੀ ਹੈ। ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਆ। ਸੋ ਆਪਾਂ ਅੱਗੇ ਚੱਲਦੇ ਹਾਂ। ਪੰਜਾਬ ਦੇ ਵਿੱਚ ਜੋ ਨਸ਼ੇ ਨੇ, ਅਸੀਂ ਤਾਂ ਜਾਣਦੇ ਹਾਂ 5 ਦਰਿਆਵਾਂ 6ਵਾਂ ਦਰਿਆ ਅਕਸਰ ਨਸ਼ਿਆਂ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਉੱਤੇ ਰੋਕ ਲਗਾਉਣ ਵਾਸਤੇ, ਉਸ ਨੂੰ ਸਮਾਪਤ ਕਰਨ ਵਾਸਤੇ ਇੱਕ ਨਵੀਂ ਸਕੀਮ, ਨਵੀਂ ਯੋਜਨਾ ਸਰਕਾਰ ਲੈ ਕੇ ਆ ਰਹੀ ਹੈ, ਜਿਸ ਨੂੰ 3 ਲੇਅਰ ਯੋਜਨਾ ਦਾ ਨਾਂ ਦਿੱਤਾ ਗਿਆ। ਇਹ ਹੁਣੇ ਮਸਲਾ ਸਾਡੇ ਸਾਰੇ ਦਰਸ਼ਕਾਂ ਦੇ ਸਾਹਮਣੇ ਆਇਆ, ਔਰ 15 ਅਗਸਤ ਦੇ ਵਿੱਚ ਹੀ ਇਹਨਾਂ ਨੇ ਇਹਨੂੰ ਲਾਈਨ ਅਪ ਕੀਤਾ, ਔਰ ਇਹ 'ਚ ਭਗਵੰਤ ਮਾਨ ਜੀ ਖੁਦ ਆਪ ਇਹਨਾਂ ਨੇ ਬੋਲੇ ਆ, ਸੰਬੋਧਨ ਕੀਤਾ, ਔਰ ਇਹਨਾਂ ਦੀ ਪਲਾਨਿੰਗ ਕਾਫੀ ਦੇਰ ਤੋਂ ਸੀ। ਇਹਦੇ ਵਿੱਚ ਪੁਲਿਸ ਅਫੀਸਰ ਜ਼ਿਆਦਾ ਸੀਗੇ, ਜਿਸ 'ਚ ਡਾਇਰੈਕਟਰ ਜਨਰਲ ਪੁਲਿਸ ਉਹ ਹੀ ਸੀਗੇ, ਔਰ ਇਹਨਾਂ ਨੇ ਪਲਾਨਿੰਗ ਬਣਾਈ ਹੈ ਕਿ ਇਹਦੇ ਵਿੱਚ ਉਹ ਲੋਕ ਇਕੱਠੇ ਕੀਤੇ ਜਾਣ ਜਿਹੜੇ ਨਸ਼ਿਆਂ ਤੋਂ ਵੈਸੇ ਦੂਰ ਨੇ, ਔਰ ਨਸ਼ੇ ਵੇਚਦੇ ਨਹੀਂ, ਕਿ ਤਸਕਰ ਨਹੀਂ ਹੈਗੇ, ਔਰ ਪੰਚਾਇਤਾਂ ਨੂੰ ਇਨਵੋਲਵ ਕਰਨਗੇ। ਔਰ ਭਗਵੰਤ ਮਾਨ ਨੇ ਕਹਿਤਾ ਕਿ ਉਹ ਪਿੰਡ ਜਿਹੜਾ ਹੈਗਾ ਨਸ਼ਿਆਂ ਤੋਂ ਬਿਲਕੁਲ ਨਿਰਲੇਪ ਹੈ, ਜਿਸ 'ਚ ਨਸ਼ਾ ਨਹੀਂ ਹੈਗਾ, ਪਿੰਡ 'ਚ ਕੋਈ ਮੁੰਡਾ ਮਰਿਆ ਨਹੀਂ ਗਾ, ਜਾਂ ਉਹ ਲੋਕਾਂ ਨੂੰ ਅਸੀਂ ਇਸ ਤਰ੍ਹਾਂ ਦੀ ਆਜ਼ਾਦੀ ਦੇਵਾਂਗੇ, ਇੰਨਾ ਪੈਸਾ ਦੇਵਾਂਗੇ ਕਿ ਉਸ ਪਿੰਡ ਦਾ ਜੋ ਕੁਝ ਵੀ ਚਾਹੁੰਦੇ ਨੇ, ਉੱਥੇ ਸਕੂਲ ਬਣੂਗਾ, ਹਸਪੀਟਲ ਬਣੂਗਾ, ਔਰ ਉਹਦੇ ਵਿੱਚ ਖੇਡ ਮੈਦਾਨ ਬਣਾਵਾਂਗੇ। ਔਰ ਉਹਨਾਂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ, ਇਸੇ ਕਰਕੇ ਅਸੀਂ ਸ਼ੁਰੂ ਕੀਤਾ ਸੀ ਕਿ ਮੁੰਡਿਆਂ ਦਾ ਦਿਮਾਗ ਉਸ ਪਾਸੇ ਲਾਈਏ, ਕਿਉਂਕਿ ਜੇ ਖੇਡਣਗੇ ਮੁੰਡੇ, ਹਾਕੀ ਦੇ ਖਿਡਾਰੀ ਤਾਂ ਅੱਗੇ ਹੀ ਬਹੁਤ ਹੈਗੇ ਪੰਜਾਬ ਦੇ ਵਿੱਚ, ਔਰ ਬਹੁਤ ਅੱਛਾ ਖੇਡਦੇ ਆ, ਔਰ ਉਹਦੇ ਵਿੱਚ ਚੰਗਾ ਆਪਣਾ ਨਾਮ ਬਣਾਇਆ ਉਹਨਾਂ ਨੇ। ਹੁਣ ਵੀ ਇਹਨਾਂ ਨੇ ਟਰੋਫੀ ਲੈ ਆਂਦੀ ਆਪਣੀ, ਜਿਹੜੀ ਹਾਕੀ ਜਿੱਤ ਕੇ, ਔਰ ਉਹ 'ਚ ਕੋਰੀਆ ਨੂੰ ਹਰਾਇਆ ਇਹਨਾਂ ਨੇ। ਔਰ ਉਹਦੇ ਨਾਲ ਹੁਣ ਜਦੋਂ ਇਹਨਾਂ ਨੇ ਇਸ ਪਾਸੇ ਲਾਇਆ ਕਿ 3 ਜਿਹੜੀ ਲੇਅਰ ਇੱਕ ਪਾਲਿਸੀ ਬਣਾ ਦਿੱਤੀ ਆ, ਉਹਦਾ ਐਲਾਨ ਤਾਂ ਹੋ ਗਿਆ, ਅਜੇ ਇਹਨੂੰ ਲਾਈਨ ਅਪ ਕਰ ਰਹੇ ਆ ਕਿ ਨਸ਼ਿਆਂ ਨੂੰ ਜਿਹੜਾ ਪੂਰੇ ਦੇ ਪੂਰਾ ਭਾਜ ਦੇਣ ਲਈ, ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿਹੜੇ ਸਿੰਥੈਟਿਕ ਨਸ਼ੇ ਆ ਰਹੇ ਆ ਬਾਹਰੋਂ, ਇਹਦੇ ਲਈ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ, ਕਿਉਂਕਿ ਮੁੰਡੇ ਆਪਣੇ ਆਪ ਇੰਜੈਕਸ਼ਨ ਲਾ ਕੇ ਆਪ ਹੀ ਮਰਦੇ ਜਾ ਰਹੇ ਆ। ਔਰ ਪਿੰਡ ਦੀਆਂ ਪੰਚਾਇਤਾਂ ਇਨਵਾਲਵ ਹੋਣਗੀਆਂ ਉਹਦੇ ਵਿੱਚ, ਬਲਾਕ ਸੰਮਤੀਆਂ ਉੱਚ ਇਨਵਾਲਵ ਹੋਣਗੀਆਂ, ਯੂਥ ਵਿੰਗ ਜਿਹੜਾ ਜ਼ਿਆਦਾ ਹੋਊਗਾ। ਉਹਨਾਂ ਮੁੰਡੇ ਵਿੱਚੋਂ ਇਕੱਠੇ ਕਰ ਲਏ ਆ, ਕੁਝ ਇਕੱਠੇ ਕਰ ਲਏ ਸਾਰੇ ਜਿਹੜੇ ਮੁੰਡੇ ਵਿਹਲੇ ਵੀ ਸੀਗੇ ਔਰ ਪੜ੍ਹੇ ਲਿਖੇ ਸੀਗੇ, ਜਿਨ੍ਹਾਂ ਨੂੰ ਜੌਬ ਨਹੀਂ ਸੀਗੀ, ਉਹਨਾਂ ਨੂੰ ਅਸੀਂ ਪੈਸਾ ਵੀ ਦੇਵਾਂਗੇ। ਉਹ ਸਾਰੇ ਮੁੰਡੇ ਇਕੱਠੇ ਕਰਕੇ ਉਹਨਾਂ ਨੂੰ ਕਹਿਤਾ ਕਿ ਇਹ ਸਾਰਾ ਲਾਈਨ ਅਪ ਕਰਨਗੇ, ਪਲੱਸ ਜਿਹੜੇ ਡਾਕਟਰ ਨੇ, ਜਿਹੜੇ ਡਰੱਗਸ ਨਾਲ ਐਕਸਪਰਟ ਨੇ ਡਾਕਟਰ, ਉਹ ਵੀ ਲੈ ਲਏ ਉਹਨਾਂ ਨੇ, ਉਹਨਾਂ ਨੂੰ ਵੀ ਇਹਨਾਂ ਦੇ ਪੇਮੈਂਟ ਕਰਾਂਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚੋਂ ਵੀ ਇਹਨਾਂ ਨੇ ਮੁੰਡੇ ਚੁਣੇ ਆ, ਜਿਹੜੇ ਕਾਲਜ ਦੇ ਵਿੱਚ ਸੀਗੇ, ਉਹ ਵੀ ਲਏ ਉਹਨਾਂ ਨੇ, ਕਿਉਂਕਿ ਉਹ ਪਿੰਡਾਂ ਵਿੱਚ ਬਹੁਤ ਜ਼ਿਆਦਾ ਜਾਂਦੇ ਸੀਗੇ। ਔਰ ਉਹਨਾਂ ਦੇ ਪਿੱਛੇ, ਉਹਨਾਂ ਦੇ ਅੱਗੇ ਉਹਨਾਂ ਨੂੰ ਲਾਈਨ ਕਰਨ ਲਈ ADGP ਪੁਲਿਸ ਦੇ ਹੋਣਗੇ, ਔਰ ਡਾਇਰੈਕਟਰ ਜਨਰਲ ਜਿਹੜੇ ਆ ਪੁਲਿਸ ਦੇ, ਉਹ ਉਹਨਾਂ ਦਾ ਸਾਰਾ ਮਾਰਗਦਰਸ਼ਨ ਕਰਨਗੇ। ਔਰ ਇਹ ਬਹੁਤ ਵੱਡੀ ਗੱਲ ਭਗਵੰਤ ਮਾਨ ਜੀ ਨੇ ਕਹਿਤਾ ਕਿ ਇਹਦੇ ਪਿੱਛੇ ਮੈਂ ਬਿਲਕੁਲ ਪਿੱਛੇ ਨਹੀਂ ਹਟੂੰਗਾ, ਕਿਉਂਕਿ ਨਸ਼ਿਆਂ ਦੀ ਜੜ ਜਿਹੜੀ ਖਤਮ ਕਰਨੀ ਜ਼ਰੂਰੀ ਹੈ। ਇੱਕ ਉਹਨਾਂ ਨੇ ਕਿਹਾ ਕਿ ਨਸ਼ਾ ਤੇ ਕਹਿੰਦੇ ਬਾਹਰੋਂ ਆ ਰਿਹਾ, ਬਾਰਡਰ ਤੇ ਸਾਡਾ ਪੰਜਾਬ ਆ, ਬਾਹਰੋਂ ਆ ਰਿਹਾ, ਪਰ ਇਹਦਾ ਨਸ਼ਾ ਪੰਜਾਬ 'ਚ ਵੀ ਬਣਦਾ, ਹਿਮਾਚਲ 'ਚ ਵੀ ਬਣਦਾ, ਔਰ ਰਾਜਸਥਾਨ 'ਚ ਵੀ ਬਣਦਾ। ਔਰ ਨਸ਼ੇ ਨੂੰ ਇਹਨੂੰ ਰੋਕਣ ਲਈ ਜਾਂ ਜਿੱਥੇ ਬਣਦਾ ਸਾਰਾ ਕੁਝ ਮਟੀਰੀਅਲ, ਅਸੀਂ ਉਹ ਫੜਾਂਗੇ, ਫੜ ਵੀ ਰਹੇ ਹਾਂ। ਦੇਖੋ ਬਲਕਾਰ ਜੀ, ਅਸੀਂ ਅਕਸਰ ਇਹ ਰਿਪੋਰਟਾਂ ਦੇਖਦੇ ਰਹਿੰਦੇ ਹਾਂ ਕਿ ਕਈ ਵੱਡੇ ਅਧਿਕਾਰੀ, ਸਹੀ ਗੱਲ, ਪੁਲਿਸ ਅਧਿਕਾਰੀ ਵੀ ਇਨਵੋਲਵ ਆ, ਖਾਂਦੇ ਵੀ ਆ, ਬਿਊਰੋਕਰੇਟਸ ਇਨਵੋਲਵ ਨੇ, ਖਾਂਦੇ ਵੀ ਨੇ। ਨਸ਼ਾ ਛਡਾਊ ਕੇਂਦਰ ਦੇ ਵਿੱਚ ਨਸ਼ਾ ਮਿਲਦਾ,
ਔਰ ਕਈ ਨਸ਼ਾ ਛਡਾਓ ਕਿ ਉੱਥੇ ਉਹ ਜ਼ਿਆਦਾ ਨਸ਼ੇੜੀ ਹੋ ਜਾਂਦੇ ਨੇ, ਕਿਉਂਕਿ ਹਮੇਸ਼ਾ ਪੈਸਾ ਪੈਸਾ ਪੈਸਾ, ਪੈਸੇ ਵਾਸਤੇ ਕੁਝ ਵੀ ਕਰੋ। ਜੇਲ੍ਹਾਂ ਦੇ ਅੰਦਰ ਨਸ਼ਾ ਪਹੁੰਚ ਗਿਆ, ਬਿਲਕੁਲ। ਔਰ ਡੋਪ ਟੈਸਟ ਹੋਏ, ਉੱਥੇ ਕੈਦੀਆਂ ਦੇ ਕੋਲ ਨਸ਼ਾ ਵੀ ਮਿਲਿਆ ਤੇ ਕੈਦੀਆਂ ਦੇ ਡੋਪ ਟੈਸਟ ਦੇ ਵਿੱਚ ਰਿਪੋਰਟਸ ਵੀ ਆਈਆਂ ਕਿ ਉਹ ਨਸ਼ਾ ਕਰਦੇ ਨੇ। ਸੋ ਉੱਥੇ ਤੱਕ ਕੌਣ ਪਹੁੰਚਾ ਰਿਹਾ? ਮੋਬਾਈਲਸ ਤਾਂ ਪਹੁੰਚਦੇ ਹੀ ਸੀ, ਨਸ਼ਾ ਵੀ ਪਹੁੰਚਦਾ ਪਿਆ। ਸੋ ਜਦੋਂ ਨੈਟਵਰਕ ਪੂਰਾ ਇਦਾਂ ਦਾ ਬਣਿਆ ਹੋਇਆ ਹੈ ਕਿ ਜਿਹਦੇ 'ਚ ਸਰਕਾਰੀ ਮਸ਼ੀਨਰੀ ਵੀ ਇਨਵੋਲਵ ਹੈ, ਹੁਣ ਇਕੱਲੇ ਭਗਵੰਤ ਮਾਨ ਜੀ ਕੀ ਕਰਨਗੇ? ਬਿਲਕੁਲ। ਉਹ ਦਿਨ ਵੀ ਸੀ ਜਦੋਂ ਕੈਪਟਨ ਸਾਹਿਬ ਨੇ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਲੈ ਕੇ 6 ਮਹੀਨੇ ਦੇ ਅੰਦਰ ਮੈਂ ਨਸ਼ਾ ਖਤਮ ਕਰਾਂਗਾ। ਕਿੱਥੇ ਗਏ 6 ਮਹੀਨੇ? ਉਹਨਾਂ ਦਾ ਆਪ ਨਹੀਂ ਪਤਾ ਉਹ ਆਪ ਕਿੱਥੇ ਨੇ ਇਸ ਵੇਲੇ। ਸਰਕਾਰਾਂ ਜਿੰਨੀ ਵੀ ਆਈਆਂ ਕਿਉਂਕਿ ਆਪ ਪਾਵਰ ਤੋਂ ਬਾਹਰ ਨੇ। ਪਿਛਲੀ ਸਰਕਾਰਾਂ ਜਿੰਨੀਆਂ ਆਈਆਂ ਨਹੀਂ ਕੰਟਰੋਲ ਕਰ ਸਕੀਆਂ। ਐਤਕੀ ਇੱਦਾਂ ਦੀ ਕੋਸ਼ਿਸ਼ ਵੇਖਦੇ ਲੋਕ ਵੀ ਕੀ ਕਰਨਗੇ। ਪਰ ਇੱਕ ਗੱਲ ਹੈਗੀ ਹੈ, ਇੱਕ ਫੈਕਟਰ ਆ, ਜੇ ਸਰਕਾਰ ਰੋਕਦੀ ਆ, ਜੇ ਕੈਪਟਨ ਸਾਹਿਬ ਨੇ ਦੇਖੋ ਸਖਤੀ ਕੀਤੀ ਹੋਊਗੀ, ਬਾਦਲ ਸਾਹਿਬ ਨੇ ਸਖਤੀ ਕੀਤੀ ਆ, ਪਰ ਲੋਕ ਕੀ ਕਰਦੇ ਆ? ਲੋਕਾਂ ਨੂੰ ਵੀ ਚਾਹੀਦਾ ਹੈਗਾ ਕਿ ਆਪ ਵੀ ਸਮਝਦਾਰ ਹੋਣ, ਆਪ ਵੀ ਮਾਵਾਂ ਦੇ ਆਖੇ ਲੱਗਣ। ਇੱਕ ਮਾਂ ਕਰਲਾਉਂਦੀ ਵੇਖੀ ਵੀਡੀਓ ਤੇ, ਉਹਦੇ 3 ਪੁੱਤ ਸੀਗੇ, ਉਹ ਮਾਰੇ ਗਏ, ਔਰ ਉਹ ਨਸ਼ਿਆਂ ਨਾਲ ਹੀ। 2 ਪਹਿਲੋਂ ਮਰ ਗਏ ਸੀ, ਇੱਕ ਦੂਜਾ ਖਾ ਰਿਹਾ ਸੀ, ਉਹ ਵੀ ਮਰ ਗਿਆ, ਇਕੱਲੀ ਰਹਿ ਗਈ। ਉਹ ਮਾਂ ਵਿਚਾਰੀ ਭਿਖਾਰਨ ਵਾਂਗੂ ਪਿੰਡਾਂ 'ਚੋਂ ਮੰਗ ਕੇ ਖਾ ਰਹੀ ਸੀਗੀ। ਔਰ ਉਹਦੇ ਤੇ ਇੱਕ ਬੜਾ ਮਨਜੀਤ ਜੀ ਨੇ, ਉਹ ਬੜੇ ਹੈਗੇ ਸਕਾਲਰ ਵੀ ਹੈ ਔਰ ਬਹੁਤ ਦੇਸ਼ ਭਗਤ ਵੀ ਆ। ਉਹਨਾਂ ਨੇ ਜਾ ਕੇ ਉੱਥੇ ਪੈਸਾ ਵੰਡਿਆ। ਇੱਕ ਪੁਲਿਸ ਅਫਸਰ ਆ, ਉਹ ਵੀ ਜਾਂਦੇ ਆ, ਉਹਨਾਂ ਨੇ ਵੀ ਜਾ ਕੇ ਉਹ ਮਾਤਾ ਦਾ ਘਰ ਨੂੰ ਲਿੰਬਿਆ ਪੋਚਿਆ, ਸਾਫ਼ ਕਰਵਾਇਆ ਔਰ 1 ਲੱਖ ਰੁਪਈਆ ਉਹਨੂੰ ਦਿੱਤਾ ਮਾਤਾ ਨੂੰ। ਔਰ ਮਾਤਾ ਫਿਰ ਆਪਣੇ ਪੁੱਤਾਂ ਦੀ ਫੋਟੋ ਵੇਖ ਕੇ ਰੋਂਦੀ ਰਹੀ। ਮਾਂ ਦੇ ਫਿਰ ਵੀ ਜਿਗਰੇ ਆ, ਜਿਗਰ ਦੇ ਟੋਟੇ ਆ, ਉਹ ਰੋਂਦੀ ਰਹੀ ਵੀ ਇਹਨਾਂ ਨੇ ਵੇਖੋ ਮੈਨੂੰ ਕਿੱਥੋਂ ਤੱਕ ਪਹੁੰਚਾਤਾ ਤੇ ਹੁਣ ਮੈਨੂੰ ਲੋਕ ਕਿੰਨੀ ਹੈਲਪ ਕਰ ਰਹੇ ਆ। ਇਹ ਹੈ ਪਿੰਡਾਂ ਦੀ ਹਾਲਤ। ਰੋਜ਼ ਦਿਹਾੜੀ ਟੀਕਿਆਂ ਨਾਲ, ਰੋਜ਼ ਦਿਹਾੜੀ ਨਸ਼ੇ ਨਾਲ ਦੀ ਓਵਰਡੋਜ਼ ਨਾਲ ਮਰ ਰਹੇ ਆ। ਲੋਕਾਂ ਨੂੰ ਵੀ ਚਾਹੀਦਾ, ਸਰਕਾਰ ਤੇ ਤਾਂ ਅਸੀਂ ਕਹਿ ਦਿੰਦੇ ਕਿ ਸਰਕਾਰ ਬੰਦ ਕਰਿਓ, ਕਿ ਲੋਕਾਂ ਨੂੰ ਖੁਦ ਵੀ ਚਾਹੀਦਾ ਕਿ ਤੇ ਰੋਕ ਲਾ ਲੈਣ। ਪਹਿਲੇ ਜ਼ਮਾਨੇ 'ਚ ਸ਼ਰਾਬ ਪਿਆਈ ਜਾਂਦੀ ਸੀ ਵਿਆਹਾਂ 'ਤੇ, ਦਿਨੇ ਨਹੀਂ ਰਾਤ ਨੂੰ, ਲੋਕ ਖੁਸ਼ੀ 'ਚ ਦਿੰਦੇ ਸੀਗੇ, ਜਾਂ ਦੇਸੀ ਕੱਢਦੇ ਸੀ ਲੋਕ ਗੰਨੇ ਦੇ ਜਾਂ ਗੁੜ ਤੋਂ। ਪਰ ਉਹ ਹੌਲੀ ਹੌਲੀ ਉਹ ਬੰਦ ਕੀਤੀ ਪੁਲਿਸ ਨੇ, ਬੰਦ ਹੋ ਗਈ। ਉਹ ਤੋਂ ਬਾਅਦ ਸਿੰਥੈਟਿਕ ਸਾਰੇ ਨਸ਼ੇ ਆ ਗਏ। ਔਰ ਫੀਮ ਜਿਹੜੀ ਹੈਗੀ ਪੰਜਾਬ ਦੇ ਪਿੰਡਾਂ 'ਚ ਬਹੁਤ ਹੁੰਦੀ ਸੀ, ਬੀਕਾਨੇਰ ਤੋਂ ਲਿਆਉਂਦੇ ਸੀ, ਰਾਜਸਥਾਨ ਤੋਂ ਫੀਮ ਆਉਂਦੇ ਸੀ। ਪੰਜਾਬ 'ਚ ਖੇਤੀ ਵੀ ਨਹੀਂ ਹੈਗੀ, ਰਾਜਸਥਾਨ 'ਚ ਹੈਗੀ ਆ। ਔਰ ਫੀਮ, ਡੋਡੇ, ਭੁੱਕੀ ਸਾਰਾ ਕੁਝ ਸੀਗਾ। ਉਹ ਖਾ ਕੇ ਵੀ ਲੋਕ ਜੀਂਦੇ ਰਹੇ ਆ, ਕੋਈ ਉਹਦੇ ਵਿੱਚ ਨਹੀਂ। ਉਹ ਖੂਨ ਨੂੰ ਪਤਲਾ ਕਰਦੀ ਹੈ, ਡਾਕਟਰ ਨੂੰ ਬਹੁਤਾ ਮਾੜਾ ਨਹੀਂ ਕਹਿੰਦੇ। ਪਰ ਜਿਹੜੀ ਚੀਜ਼ਾਂ ਸਿੰਥੈਟਿਕ ਨਸ਼ੇ ਹੈਗੇ, ਮਾਰਦੇ ਲੋਕਾਂ ਨੂੰ। ਔਰ ਜਿੱਥੇ ਜਿੱਥੇ ਵੀ ਹੈਗੇ ਆ, ਜੇ ਲੋਕਾਂ ਨੂੰ ਚਿੱਟਾ ਜਿਹੜਾ ਹੈਗਾ ਜਿਹਨੂੰ ਖਾਂਦੇ ਆ, ਉਹਦੇ ਨਾਲ 2.5-3 ਮਹੀਨਿਆਂ 'ਚ ਮੁੰਡਾ ਮਰ ਜਾਂਦਾ ਔਰ ਉਹ ਜੀਂਦਾ ਨਹੀਂ ਰਹਿ ਸਕਦਾ। ਇਹ ਪਤਾ ਡਾਕਟਰ ਆਪ ਖੁਦ ਕਹਿ ਰਹੇ ਆ। ਔਰ ਜਿੱਥੇ ਜਿੱਥੇ ਲਿਖਿਆ ਗਿਆ ਐਰੋ ਮਾਰਕ ਦਿੱਤੇ ਆ, ਇੱਧਰ ਚਿੱਟਾ ਮਿਲਦਾ ਹੈ। ਇਹ ਕਿੱਧਰ ਦੀ ਗੌਰਮੈਂਟ ਹੈ ਤੇ ਕੌਣ ਲੋਕ ਹੈਗੇ ਆ? ਅਸੀਂ ਸਿਰਫ ਆ ਮੌਜੂਦਾ ਗੌਰਮੈਂਟ ਦੇ ਅਗੇਂਸਟ ਨਹੀਂ ਗੱਲ ਕਰਦੇ, ਆਉਣ ਵਾਲੀ ਸਰਕਾਰਾਂ ਵੀ ਇਹੀ ਰਹੀਆਂ। ਜਦੋਂ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ, ਖੁਦ ਜਿਹੜੇ ਤਸਕਰੀ ਆਪ ਕਰਦੇ ਰਹੇ, ਜਿਹੜੇ MLA ਸੀਗੇ, ਮੰਤਰੀ ਸੀਗੇ, ਉਹ ਫੜੇ ਵੀ ਗਏ। ਔਰ ਇੱਥੇ ਇੱਕ ਪਿੰਡ ਹੈਗਾ, ਗੰਨਾ ਪਿੰਡ ਹੈਗਾ, ਉਹਦੇ 'ਚੋਂ ਬਹੁਤ ਨਸ਼ਾ ਵਿਕਦਾ। ਔਰ ਫਲੋਰ ਨੇੜੇ ਹੈਗਾ, ਜਿੱਥੇ ਪੁਲਿਸ ਦਾ ਟ੍ਰੇਨਿੰਗ ਸੈਂਟਰ ਆ। ਪੁਲਿਸ ਕੀ ਕਰਦੀ ਹੈ? ਖੁਦ ਆਪ ਲਿਆ ਕੇ ਖਾਂਦੀ ਨਸ਼ਾ, ਤਾਂ ਆਪ ਜਿਹੜੇ ਉਹਨਾਂ ਨੂੰ ਛੱਡ ਦਿੰਦੇ ਜੀ। ਸਾਰੇ ਇਨਵੋਲਵ ਨੇ, ਕੋਈ ਹੈ ਜਿਹੜਾ ਇਨਵੋਲਵ ਨਹੀਂ ਹੈਗਾ ਉਹ ਆਵਾਜ਼ ਚੁੱਕਦਾ, ਉਹਦੀ ਕੋਈ ਸੁਣਦਾ ਨਹੀਂ। ਖੁਦ ਆਪ ਸਿਆਣੇ, ਆਪ ਜਨ ਸਿਆਣੇ ਨਹੀਂ ਬਣਦੇ ਨਾ। ਈਜ਼ੀ ਮਨੀ ਹੈ, ਬਿਲਕੁਲ। ਕੋਈ ਮਰਦਾ ਮਰੇ, ਕੋਈ ਕਿਸੇ ਦੇ ਪੁੱਤਰ ਮਰਦੇ ਨੇ, ਕਿਸੇ ਦੇ ਘਰ ਰੋਜ਼ ਖੱਫਣ ਪੈਂਦੇ ਨੇ, ਕੋਈ ਗੱਲ ਨਹੀਂ। ਸਹੀ ਗੱਲ। ਸਾਡੇ ਜੇਬਾਂ 'ਚ ਪੈਸੇ ਹੋਣੇ ਚਾਹੀਦੇ ਨੇ, ਈਜ਼ੀ ਮਨੀ ਹੈ। ਕੋਈ ਉਹ ਹੋਇਆ ਜਿਹੜਾ ਬਚਿਆ ਜਾਂਦਾ, ਸਾਰਿਆਂ ਨੂੰ ਈਜ਼ੀ ਮਨੀ ਚੰਗੀ ਲੱਗਦੀ। ਕਹਿੰਦੇ ਇਮਾਨਦਾਰ ਕੌਣ ਹੈ? ਜਿਹਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਦਾ ਪਿਆ। ਜਾਂ ਬਹੁਤ ਹੀ ਕੋਈ ਹੋਏਗਾ ਰੱਬੋਂ ਹੀ ਜਿਹੜਾ ਬਚਿਆ ਹੋਇਆ, ਨਹੀਂ ਤੇ ਬਾਕੀ ਤਾਂ ਉਹੀ ਇਮਾਨਦਾਰ ਹੈ ਜਿਹਨੂੰ ਮੌਕਾ ਨਹੀਂ ਮਿਲਿਆ। ਮੌਕਾ ਮਿਲਣ ਦੀ ਦੇਰ ਹੈ। ਸਹੀ ਗੱਲ। ਅਸੀਂ ਇੱਥੋਂ ਤੱਕ ਦੇਖਦੇ ਪਏ ਹਾਂ। ਔਰ ਮੈਕਸਿਮਮ ਇਹਦੇ 'ਚ ਇਨਵੋਲਵ ਨੇ, ਬਹੁਤ ਘੱਟ ਨੇ ਜਿਹੜੇ ਬਾਹਰ ਰਹਿ ਗਏ ਨੇ, ਜਿਹੜੇ ਇਨਵੋਲਵ ਨਹੀਂ ਹੈਗੇ। ਸਰਕਾਰੀ ਮਸ਼ੀਨਰੀ ਦੀ ਮੈਂ ਗੱਲ ਕਰਦਾ ਪਿਆ, ਇੱਥੋਂ ਤੱਕ ਕਿ ਪੁਲਿਸ ਡਿਪਾਰਟਮੈਂਟਸ ਦੀ ਵੀ। ਇਹ ਸਾਰੀ ਸਰਕਾਰੀ ਮਸ਼ੀਨਰੀ ਜਿਸ ਹੱਦ ਤੱਕ ਇਨਵੋਲਵ ਹੈ। ਫਿਰ ਕਹਿਣਗੇ ਸਬੂਤ ਕੀ? ਲੋਕਾਂ ਨੂੰ ਪੁੱਛ ਕੇ ਦੇਖੋ। ਨਹੀਂ, ਡੋਪ ਟੈਸਟ ਆ, ਜਿਹਦੇ ਡੋਪ ਟੈਸਟ ਹੋਏ ਆ ਉਹਦੇ 'ਚ ਆ ਗਏ ਆ ਸਾਰੇ ਆਫੀਸਰ ਜਿੰਨੇ ਵੀ ਸੀਗੇ, ਜਾਂ ਜਿਹੜੇ ਪੁਲਿਸ ਦੇ ਆਫੀਸਰ ਸੀ। ਇਹਨਾਂ ਸਬੂਤਾਂ ਵਾਲੀਆਂ ਗੱਲਾਂ ਨੇ ਤਾਂ ਮਾਰ ਲਿਆ। ਤੁਸੀਂ ਸਬੂਤ ਲਿਆਓ ਜੀ, ਅਦਾਲਤ ਵਿੱਚ ਪੇਸ਼ ਕਰੋ ਜੀ, ਅਦਾਲਤ ਵਿੱਚ ਪ੍ਰੂਵ ਕਰੋ ਜੀ। ਕੌਣ ਪ੍ਰੂਵ ਕਰੇਗਾ? ਕਿੱਥੇ ਸਬੂਤ ਹੈਗੇ ਨੇ? ਕਿੱਥੇ ਗਵਾਹ ਹੈਗੇ ਨੇ? ਇਹ ਸਭ ਜਿਹੜੀਆਂ ਗੱਲਾਂ ਅਸੀਂ ਕਰਦੇ ਪਏ ਹਾਂ, ਇਹ ਵੱਡੇ ਵੱਡੇ ਮਾਹਿਰ, ਉਹਨਾਂ ਨਾਲ ਕਦੀ ਬੈਠ ਕੇ ਗੱਲਾਂ ਕਰੋ, ਉਹਨਾਂ ਕੋਲ ਕਦੀ ਰਿਪੋਰਟਸ ਲਵੋ। ਇਹ ਵੱਡੇ ਵੱਡੇ ਮਾਹਿਰ ਇਹੀ ਗੱਲਾਂ ਕਰਦੇ ਨੇ। ਉਹਨਾਂ ਸਾਰਿਆਂ ਦੀਆਂ ਗੱਲਾਂ ਦਾ ਨਿਚੋੜ ਲਿਆ ਕੇ ਅਸੀਂ ਆਪਣੇ ਦਰਸ਼ਕਾਂ ਨੂੰ ਦਿੰਦੇ ਹਾਂ ਕਿ ਆਹ ਮਾਹੌਲ ਪੰਜਾਬ ਦਾ ਤੇ ਆਹ ਮਾਹੌਲ ਪੰਜਾਬ ਦੇ ਵਿੱਚ, ਆਹ ਵਾਤਾਵਰਣ ਤੇ ਆਹ ਗੱਲਬਾਤ ਦਾ ਸਾਰਾ ਸਿਰਾ ਬਣਿਆ ਹੋਇਆ ਹੈ। ਲੋਕ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਪਏ ਨੇ। ਵੈਸੇ ਸਿੱਟਾ ਇਹੀ ਹੈ, ਕਹਿੰਦੇ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਉਹ ਹੈਗੀ ਆ ਕਿ ਜੇ ਲੋਕ ਆਪ ਇਹਦੇ ਤੇ ਨਹੀਂ ਅਸਰ ਕਰਦੇ, ਲੋਕ ਜਿੰਨੇ ਦੇਰ ਤੱਕ ਆਪਣੇ ਅੰਦਰ ਝਾਤ ਨਹੀਂ ਮਾਰਦੇ, ਮਾਂ ਪਿਓ ਦੇ ਆਖਾ ਨਹੀਂ ਮੰਨਦੇ, ਜਾਂ ਪਰਿਵਾਰ ਦਾ ਕੋਈ ਆਖਾ ਨਹੀਂ ਮੰਨਦੇ, ਜੇ ਉਹਨਾਂ ਨੂੰ ਪਤਾ ਕਿ ਸਾਡੀ ਇੱਜ਼ਤ ਖਰਾਬ ਹੋ ਰਹੀ ਆ, ਮੁੰਡੇ ਮਰ ਰਹੇ ਆ, ਜਵਾਨੀ
ਜਿਹੜੀ ਖਤਮ ਹੋ ਗਈ ਹੈ ਪੰਜਾਬ ਦੀ, ਔਰ ਜਵਾਨ ਬੱਚਾ ਕੋਈ ਬਚਿਆ ਨਹੀਂ ਗਾ। ਅਸੀਂ ਇਸ ਤੋਂ ਥੋੜਾ ਜਿਹਾ ਦੂਰ ਕਿਨਾਰਾ ਕਰ ਲਈਏ ਤਦ ਜਾ ਕੇ ਕੰਟਰੋਲ ਹੋਣਾ, ਨਹੀਂ ਤੇ ਸਰਕਾਰ ਦੀ ਸਖਤੀ ਨਾਲ ਕੰਟਰੋਲ ਹੋਣਾ ਨਹੀਂ। ਤੁਸੀਂ ਦੇਖੋ ਕੇਜਰੀਵਾਲ ਸਾਹਿਬ ਨੇ ਕੀ ਕਿਹਾ ਸੀ ਹਾਂ ਕਿ ਸਾਡੀ ਸਰਕਾਰ ਬਣਨ ਦਿਓ, ਪੰਜਾਬ ਦੇ ਵਿੱਚ ਪਤਾ ਨਹੀਂ 6 ਮਹੀਨੇ ਮੰਗੇ ਸੀ, ਪਤਾ ਨਹੀਂ ਉਹਨਾਂ ਨੇ 2 ਮਹੀਨੇ ਮੰਗੇ ਸੀ, ਸਾਲ ਤੋਂ ਉੱਤੇ ਹੋ ਗਿਆ। ਇਹ ਭਰਮਾਉਣਾ ਦਾ ਲੋਕਾਂ ਨੂੰ, ਕੀ ਕੀਤਾ ਦੱਸੋ? ਭਰਮਾਉਣਾ। ਜਦੋਂ ਪਤਾ ਹੈ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਜ਼ਰੂਰੀ ਤੁਸੀਂ ਇਹ ਗੱਲਾਂ ਕਰਨੀਆਂ ਨੇ, ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਨੇ, ਕੰਮ ਤੁਹਾਡੇ ਕੋਲ ਉਹ ਹੁੰਦੇ ਨਹੀਂ ਜਿੱਡੀਆਂ ਵੱਡੀਆਂ ਤੁਸੀਂ ਗੱਲਾਂ ਕਰ ਦਿੰਦੇ ਹੋ। ਸੋ ਅੱਜ ਫਿਰ ਉੱਥੇ ਦੀ ਉੱਥੇ ਗੱਲ ਆ ਗਈ। ਹੁਣ ਇਹ 3 ਲੇਅਰ ਜਿਹੜੀ ਸਕੀਮ ਹੈਗੀ ਹੈ, ਇਹਨੂੰ ਕਾਮਯਾਬ ਕਰਨ ਵਾਸਤੇ ਜਿਹੜੀ ਟੀਮ ਚਾਹੀਦੀ ਹੈ ਉਹ ਕਿੱਥੋਂ ਲਿਆਉਣਗੇ ਮਾਨ ਸਾਹਿਬ? ਚਲੋ ਇਹ ਹੈਗਾ, ਕੋਸ਼ਿਸ਼ ਤਾਂ ਹੈ, ਕੋਸ਼ਿਸ਼ ਤਾਂ ਹੈ। ਹੁਣ ਇਹ ਲੋਕਾਂ ਦੇ ਮੂੰਹ ਚੋਂ ਤਾਂ ਕੱਢੂਗਾ ਨਹੀਂ ਮਾਨ ਆ ਕੇ, ਜਿਨ੍ਹਾਂ ਨੇ ਖਾ ਰਿਹਾ। ਗੱਲ ਤਾਂ ਇਹੀ ਹੈ, ਟੀਮ ਕਿੱਥੇ ਹੈ? ਮੈਂ ਉਹੀ ਤਾਂ ਗੱਲ ਕਹਿ ਰਿਹਾ। ਇਹ ਬੱਸ ਲੈ ਕੇ ਜਾਂ ਸਾਈਕਲ ਲੈ ਕੇ ਪਿੰਡੋਂ ਪਿੰਡ ਤੇ ਨਹੀਂ ਘੁੰਮੂਗਾ, ਲੋਕਾਂ ਨੂੰ ਅੰਦਰੂਨੀ ਝਾਤ ਹੋਣੀ। ਇਹਨੇ ਸਖਤੀ ਕਰਨੀ, ਇਹ ਪੁਲਿਸ ਦੇ ਰਾਹੀਂ ਸਖਤੀ ਕਰ ਸਕਦਾ, ਹੋਰ ਕੋਈ ਸਖਤੀ ਕਰਨੀ ਹੈ, ਪਰ ਅੱਗੋਂ ਪੁਲਿਸ ਵੀ ਤਾਂ ਸਖਤੀ ਕਰੇ ਔਰ ਟੀਮ ਵੀ ਤਾਂ ਉਹ ਮਿਲੇ ਜੋ ਮਾਨ ਸਾਹਿਬ ਦੀ ਸੋਚ ਦੇ ਮੁਤਾਬਿਕ ਤੁਰੇ। ਇਕੱਲਾ ਬੰਦਾ ਕੀ ਕਰੇਗਾ? ਸੋ ਗੱਲ ਤਾਂ ਇੱਥੇ ਹੀ ਹੈ। ਵੈਸੇ ਇਹਨਾਂ ਨੂੰ ਝੂਠੇ ਕਹਿਣਾ ਵੀ ਬਹੁਤੀ ਗੱਲ ਨਹੀਂ ਬਣਦੀ ਹੈਗੀ, ਜਿਹੜੀ ਪਿਛਲੀ ਸਰਕਾਰਾਂ ਕੁਝ ਨਹੀਂ ਕਰ ਸਕੀ ਤੇ ਹੁਣ ਇਹ ਇਕੱਲਾ ਕੀ ਕਰ ਦੂਗਾ। ਗੱਲ ਤਾਂ ਉਹੀ ਹੈ ਨਾ ਕਿ 3 ਲੇਅਰ ਜਿਹੜੀ ਯੋਜਨਾ ਹੈ, ਗੱਲ ਬਹੁਤ ਵਧੀਆ ਹੈ ਕਿ ਤੁਸੀਂ ਆਜ਼ਾਦੀ ਦਿਵਸ ਦੇ ਉੱਤੇ ਗੱਲ ਕਰਦੇ ਪਏ ਹੋ, ਪਰ ਇਹ ਕਿੱਥੋਂ ਤੱਕ ਕਾਮਯਾਬ ਹੋਏਗਾ ਉਹਦੇ ਵਾਸਤੇ ਪੂਰਾ ਨੈਟਵਰਕ ਚਾਹੀਦਾ ਹੈ, ਉਹਦੇ ਵਾਸਤੇ ਪੂਰੀ ਟੀਮ ਚਾਹੀਦੀ ਹੈ, ਪੁਲਿਸ ਪ੍ਰਸ਼ਾਸਨ ਨਾਲ ਚਾਹੀਦਾ, ਪਬਲਿਕ ਨਾਲ ਚਾਹੀਦੀ ਹੈ, ਸਮਾਜ ਸੇਵੀ ਸੰਸਥਾਵਾਂ ਚਾਹੀਦੀਆਂ ਨੇ, ਨਸ਼ਾ ਛਡਾਊ ਕੇਂਦਰ ਚਾਹੀਦੀਆਂ ਨੇ, ਹੈਲਥ ਸਿਸਟਮ ਚਾਹੀਦਾ ਤੇ ਲੋਕਾਂ ਨੂੰ ਸਮਝ ਚਾਹੀਦੀ ਹੈ, ਲੋਕਾਂ ਨੂੰ ਸਮਝ ਚਾਹੀਦੀ ਹੈ। ਮੀਡੀਆ ਰਾਹੀਂ ਸਮਝਾਉਣ, ਇਸ਼ਤਿਹਾਰਬਾਜ਼ੀ ਜਿਹੜੀ ਆਪਣੀ ਐਡ ਕਰਦੇ ਆ ਨਾ, ਉਤੋਂ ਐਡ ਨੂੰ ਭਾਵੇਂ ਬੰਦ ਕਰ ਦੇਣ, ਲੋਕਾਂ ਤੱਕ ਘਰੋਂ ਘਰ ਪੈਗਾਮ ਪਹੁੰਚਾਉਣ, ਲਿਖ ਕੇ ਭੇਜਣ, ਕੰਧਾਂ ਤੇ ਲਾ ਦੇਣ, ਨਸ਼ਾ ਮਾੜਾ ਜੇ ਉਹਨਾਂ ਦੀ ਜੇਬਾਂ 'ਚ ਪਾ ਦੇਣ, ਘਰਾਂ 'ਚ ਬਾਪੂ ਨੂੰ ਦੱਸਣ, ਔਰ ਪੰਚਾਇਤਾਂ ਇਨਵੋਲਵ ਹੋਣ। ਹੁਣ ਤਾਂ ਪੰਚਾਇਤਾਂ ਨਾਲ ਵੈਸੇ ਭੰਗ ਕਰਤੀਆਂ ਔਰ ਉਹਦੇ ਵਾਸਤੇ ਵੀ ਲਾਮਬੰਦ ਹੋਏ ਨੇ। ਉਹਦੇ ਬਾਰੇ ਵੀ ਗੱਲਬਾਤ ਹੋ ਸਕਦੀ ਹੈ, ਕਰੋ ਗੱਲ ਉਹਦੇ ਬਾਰੇ, ਕਿਉਂਕਿ ਪੰਚਾਇਤਾਂ ਹੋ ਗਈਆਂ ਨੇ ਭੰਗ ਤੇ ਜਿਹੜੀਆਂ ਪੰਚਾਇਤ ਯੂਨੀਅਨ ਨੇ ਉਹ ਲਾਮਬੰਦ ਹੋਈਆਂ ਨੇ ਕਿ ਆਹ ਦੱਸੋ ਹੁਣ ਕੀ ਕੀਤਾ ਜਾਏ, ਕਿਉਂਕਿ 3-4 ਮਹੀਨੇ ਦਾ ਗੈਪ ਪਾ ਦਿੱਤਾ ਤੇ ਹੁਣ ਪੰਜਾਬ ਦੇ ਪਿੰਡਾਂ ਦਾ ਵਿਕਾਸ ਕਿਵੇਂ ਹੋਏਗਾ? ਸੈਂਟਰ ਨੇ ਤਾਂ ਪਹਿਲਾਂ ਹੀ ਫੰਡ ਰੋਕੇ ਹੋਏ ਨੇ। ਆ ਹੁਣ ਇੱਕ ਨਵਾਂ ਪੰਗਾ, ਤੇ ਹੁਣ ਇਹ ਦਸੰਬਰ ਤੋਂ ਪਹਿਲਾਂ ਤਾਂ ਕੁਝ ਹੋਣਾ ਨਹੀਂ ਇਹਦੇ ਵਿੱਚ। ਵੈਸੇ ਸਾਡੀ ਮੌਜੂਦਾ ਸਰਕਾਰ ਜਿਹੜੀ ਕਈ ਵਾਰੀ ਬੜੀਆਂ ਹਾਸੋਹੀਣੀਆਂ ਗੱਲਾਂ ਕਰਦੀਆਂ, ਇਹ ਗਵਰਨਰ ਤੇ ਬੜਾ ਕੁਝ ਕਹਿੰਦੇ ਆ ਕਿ ਉਹ ਸਾਡਾ ਟਕਰਾਅ ਉਹਨਾਂ ਨਾਲ ਚੱਲ ਰਿਹਾ, ਸਾਡੀ ਗੱਲ ਨਹੀਂ ਮੰਨਦਾ, ਪਰ ਜੇ ਇਹ ਜੋ ਇਹ ਗੱਲਾਂ ਕਰਦੇ ਉਹ ਵੀ ਬਹੁਤੀਆਂ ਜ਼ਿਆਦੀਆਂ ਜਿਹੜੀਆਂ ਯਤਨਸ਼ੀਲ ਜਾਂ ਜ਼ਿਆਦੀਆਂ ਭਰੋਸੇਯੋਗ ਨਹੀਂ ਹੁੰਦੀਆਂ। ਜਿਹੜਾ ਹੁਣ ਇਹਨਾਂ ਨੇ ਆਹ ਡਿਸੀਜਨ ਲਿਆ, ਪੰਚਾਇਤਾਂ ਭੰਗ ਕਰ ਦਿੱਤੀਆਂ ਔਰ ਪੰਚਾਇਤਾਂ ਦਾ ਮੁਲਤਵੀ ਕਰਕੇ ਉਹਨਾਂ ਨੂੰ ਜਿਹੜਾ ਪੈਸਾ ਜਾਂ ਵਿੱਤੀ ਸਹਾਇਤਾ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ, ਸੈਂਟਰ ਤੋਂ ਤਾਂ ਅੱਗੇ ਕੁਝ ਨਹੀਂ ਮਿਲਦਾ। ਹੁਣ ਜਦੋਂ ਕਿ ਸਾਡਾ 80% ਲੋਕ ਤੇ ਪਿੰਡਾਂ 'ਚ ਰਹਿੰਦੇ ਆ, ਹੁਣ ਉਹ ਝਾਕਣਗੇ ਕੀ ਕਰਨਗੇ? ਜਿਹੜੇ ਵੋਟਰ ਨੇ ਸਾਡੇ, ਜਿਹੜੇ ਲੋਕਤੰਤਰ ਨੂੰ ਬਹਾਲ ਕਰਨ ਦੇ ਲੋਕ ਬੈਠੇ ਪਿੰਡਾਂ ਵਿੱਚ, ਉਹ ਹੁਣ ਇਸ ਵੇਲੇ ਕੀ ਵੇਖਣਗੇ? ਹੁਣ ਜਿਸ ਤਰ੍ਹਾਂ ਤੁਸੀਂ ਆਹ ਟਾਈਟਲ ਦੇ ਵਿੱਚ ਦੱਸਿਆ ਕਿ ਹੁਣ ਜਿਹੜੀਆਂ ਇਹਦੀਆਂ ਜਥੇਬੰਦੀਆਂ, ਜਿਹੜੀਆਂ ਐਸੋਸੀਏਸ਼ਨਾਂ ਹੈਗੀਆਂ ਪੰਚਾਇਤ ਦੀਆਂ, ਉਹਨਾਂ ਨੇ ਜਾਚਕਾ ਦਾਇਰ ਕਰਨਗੇ, ਹੁਣ ਇਹਦੇ 'ਚ ਕੋਰਟ ਦੇ ਵਿੱਚ ਸਟੇ ਲੈਣਗੇ, ਹੋ ਸਕਦਾ ਇਲੈਕਸ਼ਨ ਹੋਰ ਅੱਗੇ ਪੈ ਜਾਏ। ਇਲੈਕਸ਼ਨ ਇਸ ਕਰਕੇ ਕਰਾਈ ਆ, ਸਾਡੇ ਦਰਸ਼ਕ ਜਾਣਦੇ ਆ, ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਅੱਗੇ 2024 ਦੀਆਂ ਵੋਟਾਂ ਆ ਰਹੀਆਂ, ਜੇ ਪਿੰਡਾਂ 'ਚ ਸਾਡੀਆਂ ਹੀ ਬਹਿਣਗੀਆਂ ਲੋਕ, ਸਾਡੇ ਜਿਹੜੀ ਆ ਮੈਜੋਰਟੀ ਦੇ ਸਰਪੰਚ ਹੋਣਗੇ, ਉਹ ਵੋਟ ਬੈਂਕ ਨੇ, ਉਹ ਵੋਟਾਂ ਸਾਡੇ ਲਈ ਹੋਰ ਇਕੱਠੀਆਂ ਕਰ ਸਕਦੇ ਆ, ਅਸੀਂ 13 ਦੀਆਂ 13 ਸੀਟਾਂ 'ਤੇ ਜਾ ਕੇ ਜਿਹੜਾ ਹੈਗਾ ਉਹ ਕਾਬਜ਼ ਹੋ ਜਾਈਏ। ਇਹ ਵੀ ਇਹਨਾਂ ਦੀ ਇੱਕ ਕਹਿਣ ਦੀ ਜਾਂ ਭੰਗ ਕਰਨ ਦਾ ਜਿਹੜਾ ਪਿੱਛੇ ਪੂਰਤੀ ਕਰਨ ਵਾਲਾ ਇੱਕ ਮਨਸ਼ਾ ਹੈਗਾ। ਔਰ ਦੂਜੀ ਗੱਲ ਜਿਹੜੀ ਹੈਗੀ ਆ ਕਿ ਇਸ ਵੇਲੇ ਪਿੰਡਾਂ ਦੇ ਸਰਪੰਚ ਵਿਚਾਰੇ ਆ ਜ਼ੀਰੋ ਹੋ ਕੇ ਬਹਿ ਗਏ, ਉਹਨਾਂ ਨੂੰ ਪਤਾ ਵੀ ਹੁਣ ਕੀ ਕਰ ਸਕਦੇ ਆ। ਉਹ ਨਾ ਤਾਂ ਕਿਤੇ ਸਾਈਨ ਕਰ ਸਕਦੇ ਆ, ਨਾ ਕਦੀ ਕਿਸੇ ਨਾਲ ਕੋਈ ਫੰਡ ਦੀ ਗੱਲ ਕਰ ਸਕਦੇ ਆ, ਨਾ ਗਲੀਆਂ ਨਾਲੀਆਂ ਦੀ ਕਰਦੇ ਆ। ਜਿੱਥੇ ਕੰਮ ਪਿਆ ਸੀ ਅਟਕ ਗਿਆ, ਕੁਝ ਕੰਮ ਚੱਲ ਰਹੇ ਸੀ ਪਿੰਡਾਂ ਦੇ, ਉਸੇ ਤਰ੍ਹਾਂ ਹੋ ਗਏ। ਔਰ ਕਈ ਵਿੱਚੋਂ ਜਿਹੜੇ ਲੋਕ ਸੀ ਜਿਹੜੇ ਰੇਤਾ ਦਾ ਖਨਨ ਕਰਦੇ ਸੀ, ਉਹ ਕਈ ਪਿੰਡਾਂ ਤੋਂ ਸਰਪੰਚ ਫੜੇ ਵੀ ਗਏ, ਕਈ ਜਿਨ੍ਹਾਂ ਨੇ ਪੈਸਾ ਪੂਸਾ ਕੀਤਾ ਕਿ ਉਹਨਾਂ 'ਤੇ ਚਲੋ ਦੋਸ਼ ਮੜਿਆ ਗਿਆ, ਜਿਹੜੇ ਗਲਤ ਕੰਮ ਕਰਦੇ ਸੀ। ਕਈ ਤਾਂ ਵਿਚਾਰੇ ਚੰਗੇ ਆ, ਉਹਨਾਂ ਨੂੰ ਇੱਕ ਗੱਲ 'ਤੇ ਨਹੀਂ ਨਾ ਉਹਨਾਂ ਨੂੰ ਬਿਠਾਉਣਾ ਚਾਹੀਦਾ ਕਿ ਇਹ ਗੱਲ ਗਲਤ ਕਰਦੇ ਆ। ਹੁਣ ਆਹ ਜਿਹੜਾ ਡਿਸੀਜਨ ਲਿਆ, ਇੱਥੇ ਸਾਰੇ ਸੂਝਵਾਨ ਜਿਹੜੇ ਚਿੰਤਕ ਨੇ ਉਹਨਾਂ ਨੇ ਗਲਤ ਕਿਹਾ ਕਿ ਇਹ 6 ਮਹੀਨੇ ਉਹਨਾਂ ਨੂੰ ਵਿਹਲੇ ਕਰਕੇ ਬਿਠਾ ਦਿੱਤਾ, ਵੋਟਾਂ ਜੇ ਜਾ ਕੇ ਨਵੰਬਰ 'ਚ ਹੋਣੀਆਂ, ਤੁਸੀਂ ਪਹਿਲਾਂ ਹੀ ਭੰਗ ਕਰ ਦਿੱਤੀਆਂ। ਇਹ ਕਦੀ ਕਿਸੇ ਸਰਕਾਰ ਨੇ ਇੱਦਾਂ ਨਹੀਂ ਕੀਤਾ, ਮਹੀਨਾ 2 ਮਹੀਨਾ ਪਹਿਲਾਂ ਕਰਦੇ ਸੀ। ਹੁਣ ਕੋਡ ਆਫ ਕੰਡਕਟ ਵੀ ਲੱਗ ਜੂਗਾ ਉਦੋਂ ਨੇੜੇ ਆ ਕੇ, ਨਾ ਪੈਸਾ ਲੱਗਣਾ, ਨਾ ਕਿਸੇ ਨੂੰ ਕੰਮ ਹੋਣਾ, ਅਤੇ ਪਿੰਡਾਂ ਦੀ ਹਾਲਤ ਸੁਧਰਨੀ ਕੀ ਆ ਗਿਆ, ਵਿਗੜਨੀ ਹੈਗੀ। ਇੱਕ ਪਾਸੇ ਤਾਂ ਕਹਿੰਦੇ ਅਸੀਂ ਸਿਹਤ ਕਲੀਨਿਕ, ਆਪ ਸਿਹਤ ਕਲੀਨਿਕ ਬਣਾ ਦਿੱਤੇ, ਦੂਜੇ ਪਾਸੇ ਅਸੀਂ ਨਸ਼ਾ ਬੰਦ ਕਰ ਰਹੇ ਹਾਂ। ਇਕੱਲੇ ਕੀ ਕਰਨਗੇ ਜੇ ਪਿੰਡਾਂ ਦੇ ਸਰਪੰਚਾਂ ਤੋਂ ਇਹਨਾਂ ਨੇ ਕੰਨੀ ਕੁਤਰਾ ਲਈ? ਫਿਰ ਬਾਕੀ ਤੁਹਾਡੀ ਗੱਲ ਸਹੀ ਹੈ, ਬਾਕੀ ਜਿਹੜੀ ਚੀਜ਼ਾਂ ਐਲਾਨਨਾਮੇ ਰਹਿ ਜਾਣਗੇ, ਉਹ ਸਕੀਮਾਂ ਬਣੀਆਂ ਰਹਿ ਜਾਣਗੀਆਂ, 3D ਜਿਹੜੀਆਂ ਬਣਾਈਆਂ ਨੇ 3 ਲੇਅਰ ਸਕੀਮਾਂ ਇੱਦਾਂ ਰਹਿ ਜਾਣਗੀਆਂ। ਜੇ ਸਰਪੰਚਾਂ ਨੇ ਕੋਆਪਰੇਟ ਕਿੱਥੇ ਕਰਨਾ? ਹੁਣ ਕੋਆਪਰੇਟ ਨਹੀਂ ਕਰਨਗੇ ਸਰਪੰਚ, ਜਦੋਂ ਭੰਗ ਹੀ ਕਰਤੇ, ਅਥਾਰਟੀ ਨਹੀਂ ਉਹਨਾਂ ਕੋਲ,
ਮੈਂਬਰ ਕੀ ਕਰਨਗੇ, ਸਾਰੇ ਵਿਹਲੇ ਹੋ ਕੇ ਬਣਾ। ਪਿੰਡਾਂ ਦਾ ਨਸ਼ਾ ਤਾਂ ਉਦੋਂ ਦੂਰ ਹੋਏਗਾ ਨਾ ਜਦੋਂ ਪੰਚਾਇਤਾਂ ਕੰਮ ਕਰਨਗੀਆਂ। ਬਿਲਕੁਲ ਬਿਲਕੁਲ। ਪੰਚਾਇਤਾਂ ਕਿਉਂਕਿ ਨੈਟਵਰਕ ਖਤਮ ਹੋ ਗਿਆ, ਆਹ ਨੈਟਵਰਕ ਖਤਮ ਹੋ ਗਿਆ, ਹੁਣ ਸਰਪੰਚ ਸਾਹਿਬ ਕੀ ਕਰਨ? ਨਹੀਂ ਕਰਨਗੇ, ਉਹਨਾਂ ਕੋਲ ਪਾਵਰ ਨਹੀਂ ਰਹੀ, ਉਹਨਾਂ ਦੀ ਗੱਲ ਕਿਹਨੇ ਮੰਨਣੀ, ਪੈਸਾ ਨਹੀਂ ਰਿਹਾ, ਆਹ ਕੁਝ ਵੀ ਨਹੀਂ। ਜਿਹੜਾ ਮੁੰਡਾ ਨਸ਼ਾ ਕਰਦਾ ਹੋਊਗਾ, ਜਿਹਨੂੰ ਸਰਪੰਚ ਸਮਝਾਊਗਾ ਵੀ ਤੂੰ ਮੁੰਡਿਆ ਗੱਲ ਨਾ ਕਰ, ਇੱਥੇ ਸਰਕਾਰ ਵੀ ਸਖਤ ਹੈ, ਅਸੀਂ ਵੀ ਸਖਤ ਹਾਂ, ਤੈਨੂੰ ਜੇਲ੍ਹ ਦੀ ਹਵਾ ਖਾਣੀ ਪਊਗੀ। ਉਹ ਮੁੰਡਾ ਕਹੂਗਾ ਜਾ ਜਾ ਸਰਪੰਚ ਆ, ਤੂੰ ਹੁਣ ਸਰਪੰਚ ਨਹੀਂ ਗਾ, ਮੈਂ ਤੇਰੀ ਆਖੀ ਕੀ ਮੰਨਣੀ ਆ, ਨਾ ਮੈਂਬਰ ਨਾ ਸਰਪੰਚ, ਹੁਣ ਮੈਂ ਇਕੱਲਾ ਹੀ ਹਾਂ ਸਾਰਾ ਕੁਝ, ਮਾਂ ਪਿਓ ਦੀ ਆਖੀ ਮੰਨ ਸਕਦਾ, ਤੇਰੀ ਆਖੀ ਨਹੀਂ ਮੈਂ ਮੰਨਦਾ, ਤੂੰ ਹੁਣ ਸਰਪੰਚ ਨਹੀਂ ਗਾ। ਇਹ ਗੱਲਾਂ ਹੁਣ ਮੂੰਹ ਤੇ ਆਉਣਗੀਆਂ। ਬਿਲਕੁਲ ਜੀ ਬਿਲਕੁਲ, ਮੂੰਹ ਤੇ ਹੋਣਗੀਆਂ। ਇਹ ਬੜਾ ਅਜੀਬ ਜਿਹਾ ਮਾਹੌਲ ਬਣਿਆ ਹੋਇਆ ਹੈ। ਮਾਹੌਲ। ਚਲੋ ਇੱਕ ਚੰਗੀ ਗੱਲ ਵੀ ਹੋ ਰਹੀ ਆ ਕਿ ਸੋਲਰ ਊਰਜਾ ਦਾ ਤੋਹਫਾ ਮਿਲਿਆ ਪੰਜਾਬ ਨੂੰ ਆਜ਼ਾਦੀ ਦਿਵਸ ਦੇ ਉੱਤੇ, ਕਿ ਚਲੋ ਸੂਰਜ ਤੋਂ, ਸਨਲਾਈਟ ਤੋਂ ਅਸੀਂ ਊਰਜਾ ਬਣਾਈਏ ਔਰ ਜਿਹੜੀ ਇਹ ਬਿਜਲੀ ਦੀ ਸਮੱਸਿਆ ਪੈਦਾ ਹੋ ਗਈ ਹੈ, ਇਸ ਸਮੱਸਿਆ ਨੂੰ ਦੂਰ ਕੀਤਾ ਜਾਏ। ਪਹਿਲਾਂ ਵੈਸੇ ਸਮਝੌਤਾ ਇਹਨਾਂ ਦਾ ਸੀਗਾ 500 ਮੈਗਾਵਾਟ ਦਾ, ਉਹਦੇ ਵਿੱਚ ਇਹਨਾਂ ਨੂੰ ਟਰਾਂਸਮਿਸ਼ਨ ਚਾਰਜ ਦੇਣਾ ਪੈਂਦਾ ਸੀਗਾ, ਔਰ ਉਹਦੇ ਵਿੱਚ ਜਿਹੜੀਆਂ ਐਕਸਟਰਾ ਡਿਊਟੀਆਂ ਉਹ ਦੇਣੀਆਂ ਪੈਂਦੀਆਂ ਸੀ, ਔਰ ਬੜਾ ਪੈਸਾ ਗਵਰਨਮੈਂਟ ਨੂੰ ਦੇਣਾ ਪੈਂਦਾ ਸੀ। ਇਹਨਾਂ ਨੇ 1200 ਮੈਗਾਵਾਟ ਦਾ ਸਮਝੌਤਾ ਕਰ ਲਿਆ। ਇਹ ਪੰਜਾਬ ਦਾ ਜਿਹੜਾ ਪੇਡਾ ਡਿਪਾਰਟਮੈਂਟ ਹੈ, ਪੇਡਾ ਮਤਲਬ ਹੈਗਾ ਕਿ ਜਿਹੜੀ ਐਨਰਜੀ ਡਿਵੈਲਪਮੈਂਟ ਬੋਰਡ ਹੈਗਾ, ਐਨਰਜੀ ਡਿਵੈਲਪਮੈਂਟ ਬੋਰਡ ਹੈ ਪੰਜਾਬ ਦਾ, ਉਹ ਇਸ ਨੂੰ ਕੰਟਰੋਲ ਕਰਦਾ। ਤੁਸੀਂ ਕਈ ਵਾਰੀ ਖੇਤਾਂ ਵਿੱਚ ਜਾਓਗੇ ਤਾਂ ਖੇਤਾਂ 'ਚ ਤੁਹਾਨੂੰ ਪੱਖੇ ਆਪਣੇ ਆਪ ਚੱਲਦੇ ਨਜ਼ਰ ਆਉਣਗੇ। ਉਹ ਇਸੇ ਤਰ੍ਹਾਂ ਉਹਨਾਂ ਦੀ ਬੈਟਰੀਆਂ ਹੈਗੀਆਂ, ਉਹ ਜੁੜੇ ਪਏ ਆ ਸੋਲਰ ਐਨਰਜੀ ਨਾਲ, ਉਹ ਬੈਟਰੀ ਚਾਰਜ ਹੁੰਦੀਆਂ ਤੇ ਪੱਖੇ ਚੱਲਦੇ ਆ। ਟਿਊਬਵੈੱਲ ਤੁਹਾਨੂੰ ਆਪਣੇ ਆਪ ਚੱਲਦੇ ਨਜ਼ਰ ਆਉਣਗੇ, ਕੋਈ ਸਵਿਚ ਨਹੀਂ ਛੱਡਣਾ, ਕੁਝ ਨਹੀਂ ਹੈਗਾ, ਉਹ ਸੋਲਰ ਐਨਰਜੀ ਨਾਲ ਰਿਮੋਟ 'ਤੇ ਚੱਲਦੇ ਆ। ਔਰ ਇਹ ਸਾਰਾ ਕੁਝ ਇਹਨਾਂ ਨੇ ਸੰਭਾਲ ਲਿਆ ਹੈ। ਔਰ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਆਜ਼ਾਦੀ ਦਿਵਸ 'ਤੇ ਬਹੁਤ ਵੱਡੀ ਜਿਹੜੀ ਵਧਾਈ ਹੈ ਪੰਜਾਬ ਦੇ ਵਸਨੀਕਾਂ ਨੂੰ, ਤੋਹਫਾ ਹੈ ਪੰਜਾਬ ਗੌਰਮੈਂਟ ਵੱਲੋਂ, ਔਰ ਫ੍ਰੀ ਫੰਡ 'ਚ ਬਿਜਲੀ ਆਊਗੀ। ਜਿਸ ਦਿਨ ਬੱਦਲਵਾਈ ਹੋਊਗੀ, ਸੂਰਜ ਨਜ਼ਰ ਨਹੀਂ ਆਊਗਾ, ਉਦੋਂ ਬੈਟਰੀਆਂ ਚਾਰਜ ਨਹੀਂ ਹੋਣਗੀਆਂ। ਬਾਕੀ ਤਿੱਖੜ ਦੁਪਹਿਰੇ ਧੁੱਪ ਦੇ ਵਿੱਚ ਬੈਟਰੀਆਂ ਚਾਰਜ ਹੋ ਕੇ ਉਹਦੇ ਵਿੱਚ ਐਨਰਜੀ ਆ ਜਾਊਗੀ ਔਰ ਉਹ ਸਾਰੀਆਂ ਚੱਲਣਗੀਆਂ। ਇਹ ਬੜਾ ਫ੍ਰੀ ਫੰਡ 'ਚ ਹੈ। ਇਹ ਕੁਦਰਤ ਦਾ ਤੋਹਫਾ ਹੈਗਾ, ਗੌਰਮੈਂਟ ਦਾ ਵੀ ਤੋਹਫਾ ਹੈਗਾ। ਕੁਦਰਤ ਦੀ ਜਿਹੜੀ ਦਾਤ ਹੈਗੀ ਉਹਨੂੰ ਇਕੱਠਾ ਕਰਕੇ ਇਹਨਾਂ ਨੇ ਛੱਤਾਂ 'ਤੇ ਇਹਦੀਆਂ ਪਲੇਟਾਂ ਲੱਗਦੀਆਂ, ਘਰਾਂ 'ਚ ਲਵਾਈਆਂ ਲੋਕਾਂ ਨੇ ਲਵਾਈਆਂ, ਉਹਦੇ ਵਿੱਚ ਸਬਸਿਡੀ ਦਿੱਤੀ ਹੈ, ਸੈਂਟਰ ਗੌਰਮੈਂਟ ਦੀ ਸਬਸਿਡੀ ਹੈਗੀ ਹੈ। ਤੁਸੀਂ ਪਲੇਟਾਂ ਲਾਓਗੇ, ਉਹ ਸੂਰਜ ਵੱਲ ਹੈਗੀਆਂ ਪਲੇਟਾਂ, ਉਹ ਐਨਰਜੀ ਨੂੰ ਜਿਹੜੀ ਕੰਜ਼ਿਊਮ ਕਰਦੀਆਂ, ਫਿਰ ਉਹ ਜਿਹੜੀ ਹੈਗੀ ਬੈਟਰੀ 'ਚ ਆ ਜਾਂਦੀ, ਬੈਟਰੀ 'ਚ ਬਿਜਲੀ ਪੈਦਾ ਹੋ ਜਾਂਦੀ ਹੈ ਕਿ ਤੁਹਾਡਾ ਘਰ ਦਾ ਜਿਹੜਾ ਸਾਰਾ ਖਪਤ ਹੈ ਉਹ 'ਤੇ ਚੱਲੂਗਾ। ਹਾਂ, ਉਹ ਕਰਨ ਤੋਂ ਬਾਅਦ ਜਿਹੜੀ ਫालतू ਬਚਦੀ ਹੈ ਉਹ ਤੁਸੀਂ ਬਿਜਲੀ ਮਹਿਕਮੇ ਨੂੰ ਵੇਚ ਕੇ ਉਹਦੇ ਵੀ ਪੈਸੇ ਕਮਾ ਸਕਦੇ ਹੋ। ਹਾਂ, ਸੂਰਜ ਦੀ ਗਰਮੀ ਨਾਲ ਬਣਦੀ ਹੈ, ਐਨਰਜੀ ਨਾਲ ਬਣਦੀ ਹੈ। ਬਹੁਤ ਵਧੀਆ ਗੱਲ ਹੈਗੀ ਆ। ਔਰ ਪੇਡਾ ਡਿਪਾਰਟਮੈਂਟ ਆ ਜਿਹੜਾ ਇਹਨੂੰ ਕੰਟਰੋਲ ਕਰ ਰਿਹਾ ਪੰਜਾਬ ਦਾ। ਸਹੀ ਗੱਲ ਹੈ। ਔਰ ਤੁਸੀਂ ਇਹ ਮੌਸਮ ਦੀ ਗੱਲ, ਇਹ ਵੱਡੀ ਖਬਰ ਹੈ, ਅੱਛੀ ਖਬਰ ਹੈ। ਹਾਂ, ਅੱਛੀ ਖਬਰ ਹੈ। ਔਰ ਜਿਸ ਦਿਨ ਸੂਰਜ ਨਹੀਂ ਹੋਏਗਾ, ਬੱਦਲ ਹੋਣਗੇ, ਉਸ ਦਿਨ ਦਿੱਕਤ ਆ ਸਕਦੀ ਹੈ, ਚਾਰਜ ਉਸ ਦਿਨ ਚੱਲ ਸਕਦੀ ਹੈ। ਯੈਸ, ਔਰ ਬੱਦਲਾਂ ਤੋਂ ਝੜੀ ਵੱਡੀ ਨਹੀਂ ਲੱਗਦੀ ਹੁਣ, ਅੱਗੇ 8-8 ਦਿਨ ਝੜੀ ਲੱਗਦੀ, ਹੁਣ ਤੇ ਇੱਕੇ ਦਿਨ 'ਚ ਮੀਂਹ ਪੈ ਕੇ ਸੂਰਜ ਆ ਜਾਂਦਾ। ਨਹੀਂ, ਹੁਣ ਜਿਹੜੇ ਪੰਜਾਬ ਦੇ ਹੜ੍ਹ ਆਏ ਨੇ, ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਮੀਂਹ ਕਹਿਰ ਦਾ ਪੈਂਦਾ ਪਿਆ, ਉੱਥੇ ਵੀ ਜ਼ੋਰ ਹੈ ਤੇ ਉੱਥੇ ਵੀ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ। ਹਿਮਾਚਲ ਨਾਲ ਹੀ ਲੱਗਦਾ ਸਾਡੇ। ਜਿੱਥੇ ਪੰਜਾਬ ਨੇ ਇਹ ਤਰਾਸਦੀ ਭੁਗਤੀ ਆ, ਟ੍ਰੈਜਡੀ ਹੋਈ ਆ, ਮਰੇ ਆ ਲੋਕ, ਜਾਨ ਮਾਲ ਵੀ ਨੁਕਸਾਨ ਹੋਇਆ, ਫਸਲਾਂ ਤਬਾਹ ਹੋ ਗਈਆਂ, ਸਾਰਾ ਕੁਝ ਹੋਣ ਦੇ ਬਾਵਜੂਦ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਰੌਲਾ ਪਾਇਆ ਸੀਗਾ ਕਿ ਜਿਹੜਾ ਮੁਆਵਜ਼ਾ ਛੇਤੀ ਦਿੱਤਾ ਜਾਵੇ। ਇਹਨਾਂ ਨੇ ਗਿਰਦਾਵਰੀ ਕਰਵਾਈ ਆ ਔਰ 15 ਅਗਸਤ ਤੋਂ ਇਹਨਾਂ ਨੇ ਸ਼ੁਰੂ ਕਰਤਾ। ਹੁਣ ਉਹਨਾਂ ਦੇ ਜਿਹੜੇ ਨਿੱਜੀ ਜਿਹੜੇ ਹੈਗੇ ਆ ਅਕਾਊਂਟ, ਉਹਨਾਂ 'ਚ ਪੈਸਾ ਜਾ ਰਿਹਾ, ਭੇਜ ਦਿੱਤਾ ਇਹਨਾਂ ਨੇ। ਅੱਜ ਜਿਹੜਾ 15 ਅਗਸਤ 'ਤੇ ਐਲਾਨ ਕਰਤਾ ਸੀ ਪੰਜਾਬ ਗੌਰਮੈਂਟ ਨੇ, ਮਾਨ ਸਾਹਿਬ ਨੇ, ਵੀ ਅਸੀਂ ਪੈਸਾ ਦੇ ਰਹੇ ਹਾਂ। ਹੁਣ ਦੂਜੀ ਆਫਤ ਜਿਹੜੀ ਨਾਲ ਦੇ ਗੁਆਂਢੀ ਪ੍ਰਦੇਸ਼ ਹਿਮਾਚਲ 'ਚ ਆ ਗਈ ਆ। ਹਿਮਾਚਲ ਦੀ ਜਿੰਨੀਆਂ ਰੋਡ ਆ ਸਾਰੀਆਂ ਬੰਦ ਹੋ ਗਈਆਂ, ਔਰ ਜਿਹਦੇ ਵਿੱਚ ਜਿਹੜੀ ਆ ਹੈਰੀਟੇਜ ਸੀਗਾ ਨੈਸ਼ਨਲ, ਉਹਦਾ ਵਿੱਚ ਕਾਲਕਾ ਵਾਲਾ, ਉਹ ਵੀ ਬਲੌਕ ਹੋ ਗਿਆ ਉਹਦੇ ਵਿੱਚ। ਔਰ ਘੱਟੋ ਘੱਟ ਹੁਣ 100 ਤੋਂ ਉੱਪਰ ਲੋਕ ਮਾਰੇ ਗਏ ਆ, ਰੁੜ ਗਏ ਆ, ਔਰ ਗੱਡੀਆਂ ਰੁੜ ਗਈਆਂ, ਫਸਲਾਂ ਰੁੜ ਗਈਆਂ, ਜਿਹਦੇ ਵਿੱਚ ਸੜਕਾਂ ਟੁੱਟ ਗਈਆਂ, ਔਰ ਉਹਦੇ 'ਚ ਜ਼ਮੀਨ ਵੀ ਖਿਸਕੀ ਆ। ਜ਼ਮੀਨ ਜਿਹੜੀ ਨਾ ਐਵਾਲਾਂਚ ਜਿਹਨੂੰ ਆਉਂਦੇ ਆ, ਐਵਾਲਾਂਚ ਸਟੱਡੀ ਜਿਹੜੀ ਆਉਂਦੀ ਆ ਨਾ, ਇਹ ਪਹਾੜ ਖਿਸਕ ਕੇ ਦੂਰ ਤੱਕ ਗਏ ਔਰ ਲੋਕਾਂ 'ਤੇ ਡਿੱਗੇ ਆ, ਲੋਕਾਂ ਦੀਆਂ ਇਮਾਰਤਾਂ ਵੀ ਟੁੱਟ ਗਈਆਂ, ਬਹੁਤ ਨੁਕਸਾਨ ਹੋਇਆ ਹਿਮਾਚਲ ਦੇ ਵਿੱਚ। ਔਰ ਪਾਣੀ ਦੇਖ ਲਓ, ਉਹਦਾ ਨੁਕਸਾਨ ਜਿਹੜਾ ਪੰਜਾਬ ਨੂੰ ਵੀ ਆਉਂਦਾ, ਜਦੋਂ ਮੀਂਹ ਪੈਂਦਾ, ਮੀਂਹ ਪੈ ਕੇ ਤੇ ਪੰਜਾਬ ਨੂੰ ਪਾਣੀ ਆਉਂਦਾ, ਮੈਦਾਨਾਂ ਵੱਲ ਨੂੰ ਆਉਣਾ, ਨੀਵੇਂ ਨੂੰ ਆਉਂਦਾ ਪਾਣੀ। ਬਿਲਕੁਲ, ਪੰਜਾਬ ਤੇ ਦੋਵਾਂ ਦਾ ਆਪਸੀ ਸਾਂਝ ਇਸੇ ਕਰਕੇ ਹੈਗਾ ਕਿ ਇਹ ਮਰਦੇ ਵੀ ਇਕੱਠੇ ਆ ਤੇ ਜੀਂਦੇ ਵੀ ਇਕੱਠੇ ਆ। ਬਿਲਕੁਲ, ਔਰ ਇਸ ਕਰਕੇ ਵੀ ਇਹ ਵੀ ਐਕਸਪਰਟਸ ਕਹਿੰਦੇ ਨੇ ਕਿ ਸਰ ਪੰਜਾਬ ਵਿੱਚ ਦੁਬਾਰਾ ਹੜ੍ਹਾਂ ਦਾ ਕਿਤੇ ਮਾਹੌਲ ਨਾ ਬਣ ਜਾਏ, ਇਹ ਵੀ ਖਤਰਾ ਬਣਿਆ ਹੋਇਆ ਹੈ। ਤੁਸੀਂ ਵੀ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ, ਬਿਲਕੁਲ, ਸਤਿ ਸ਼੍ਰੀ ਅਕਾਲ।